ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਚਰਨਾ ਬੁਝ ਤੇ ਚੱਲ ਬੇਪਗ ਨੂਪਰ ਭੂਪਰ ਦਰ ਬਜਾਵੈਂ ਕੰਚਨ ਕੀ ਬਾਰ ਕਿੰਕਨ ਹੈ ਕਟ ਹੀਰੇ ਜਰਾਓ ਜਰੇ ਦਮਕਾਵੈ ਸ਼੍ਰੀ ਚਰਣਾ ਬੁਝ ਤੇ ਚੱਲ ਬੇਪਗ ਨੂਪਰ ਭੂਪਰ ਦਰ ਬਜਾਵੈਂ ਕੰਚਨ ਕੀ ਬਾਰ ਕਿੰਕਨ ਹੈ ਕਟ ਹੀਰੇ ਜਰਾਓ ਜਰੇ ਦਮਕਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ 10 ਪਾਤਸ਼ਾਹੀਓ ਜੀ ਦੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਦਾਨ
ਨਿਹਚਲ ਚੌਰ ਛਤਰ ਤਖਤ ਕੇ ਮਾਲਕ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਮਨੁੱਖਾ ਜਾਮੇ ਅੰਦਰ ਸਾਧ ਸੰਗਤ ਦੀਆਂ ਪਵਿੱਤਰ ਕੜੀਆਂ ਦਾ ਆਨੰਦ ਪ੍ਰਾਪਤ ਹੁੰਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਕਰਦੀ ਸੋਭਾ ਆਪ ਮਾਈ ਭਾਈ ਸੰਗਤਾਂ ਪਿਛਲੇ ਲੰਬੇਰੇ ਸਮੇਂ ਤੋਂ ਹਾਜ਼ਰੀ ਭਰ ਭਰ ਕੇ ਸ਼ਰਵਣ ਕਰ ਰਹੇ ਹੋ। ਕੱਲ੍ਹ ਦੀ ਬਾਣ ਵਿੱਚ ਜਥਾ ਪ੍ਰਸੰਗ ਆਪਾਂ ਸੁਣਿਆ ਵਿਚਾਰਿਆ ਹੈ। ਸ਼ਾਂਤੀ ਕੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰੂ ਵਡਾਲੀ ਨਗਰ ਨੂੰ ਭਾਗ ਲਾ ਰਹੇ ਹਨ ਔਰ ਜਿਨ੍ਹਾਂ ਦੇ ਘਰ ਪਿਛਲੇ ਕੁਝ ਸਮੇਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਅਵਤਾਰ ਧਾਰਨਾ ਕੀਤਾ। ਸਤਿਗੁਰਾਂ ਦੇ ਦਰ ਕਰਦੀ ਸੋਭਾ ਗਰੀਬ ਨਵਾਜ ਦੇ ਘਰ ਦੀਆਂ ਖੁਸ਼ੀਆਂ ਦੇਖ ਦੇਖ ਕੇ ਸਿੱਖ ਵਾਰਨੇ ਬਲਿਹਾਰਨੇ ਜਾਂਦੇ ਹੈ। ਉੱਥੇ ਪ੍ਰਿਥੀ ਚੰਦ ਵਰਗੇ ਗਰੀਬ ਨਵਾਜ ਦੀ ਸੁੰਦਰ ਸੋਭਾ ਵੇਖ ਸੁਣ ਕੇ ਬਹੁਤ ਦੁਖੀ ਹੁੰਦੇ ਹੈ। ਬਣ ਵਿੱਚ ਵਾਰ-ਵਾਰ ਕੋਈ ਬਿਉਂਤ ਬਣਾਉਂਦੇ ਹੈ ਕਿ ਕਿਵੇਂ ਮਾਤਾ ਗੰਗਾ ਜੀ ਦੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਮਾਰਿਆ ਜਾਵੇ। ਕਦੇ ਦਾਈ ਨੂੰ ਜ਼ਹਿਰ ਵਾਲਾ ਦੁੱਧ ਪਿਆਉਣ ਵਾਸਤੇ ਭੇਜਿਆ, ਉਹ ਗੱਲ ਜਦੇ ਨਾ ਬਣੀ। ਫਿਰ ਪ੍ਰਿਥੀ ਚੰਦ ਨੇ ਇੱਕ ਸਪੇਰਾ ਜਿਹਦੇ ਕੋਲ ਬਹੁਤ ਭਿਅੰਕਰ ਜ਼ਹਿਰੀਲਾ ਨਾਗ ਹੈ ਸੀ, ਉਹਨੂੰ ਪ੍ਰੇਰ ਕੇ ਕੁਝ ਮਾਇਆ ਦੇ ਕਰ ਤੇ ਵਡਾਲੀ ਸਤਿਗੁਰਾਂ ਦੇ ਘਰ ਭੇਜ ਦਿੱਤਾ। ਉਹਨੇ ਆਣ ਇੱਥੇ ਮਹਾਰਾਜ ਦੇ ਘਰ ਵਿੱਚ ਉਹ ਭਿਅੰਕਰ ਸੱਪ ਨੂੰ ਸਜਦੇ ਛੱਡ ਦਿੱਤਾ ਤੇ ਸੱਪ ਆਪਦੇ ਸੁਭਾਅ ਦੇ ਮੁਤਾਬਕ ਹੁਣ ਲੁਕਣ ਵਾਸਤੇ ਥਾਂ ਲੱਭਦਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਅਵਤਾਰ ਹੀ ਜੀਵਾਂ ਦੀ ਕਲਿਆਣ ਵਾਸਤੇ ਹੋਇਆ, ਜਿਹਨੂੰ ਹੱਥ ਛੁਹਾ ਦੇਣ ਉਸੇ ਦੀ ਸਾਰੇ ਜਨਮ ਮਰਨ ਦੇ ਫੰਦਨ ਕੱਟੇ ਜਾਂਦੇ ਹੈ। ਮਾਤਾ ਗੰਗਾ ਜੀ ਕੁੱਛੜ ਚੁੱਕਦੇ ਆ ਕਿਉਂਕਿ 2 ਕੁ ਵਰ੍ਹਿਆਂ ਦੀ ਉਮਰ ਸੀ ਉਦੋਂ ਹਜ਼ੂਰ ਦੀ, ਤੇ ਮਹਾਰਾਜ ਫਿਰ ਹੇਠਾਂ ਉਤਰ ਜਾਂਦੇ ਆ। ਮਾਤਾ ਜੀ ਜਦ ਹੀ ਉਦੋਂ ਚੁੱਕਦੇ ਆ ਕੁਦਾੜੀ ਕੁੱਛੜ ਤੇ ਰੋਣ ਲੱਗ ਜਾਂਦੇ ਆ। ਤੇ ਇਸ ਤਰ੍ਹਾਂ ਜਿੱਦ ਕਰਦੇ ਜਾਣ ਮਾਤਾ ਜੀਆਂ ਥੱਲੇ ਧਰਤੀ ਤੇ ਛੱਡ ਦਿੱਤੇ ਹੈ। ਤੇ ਮਾਤਾ ਗੰਗਾ ਜੀ ਦਾਸੀਆਂ ਨੂੰ ਕੁਝ ਸਮਝਾਉਣ ਲੱਗੇ, ਕੋਈ ਕੰਮਕਾਰ ਦੱਸਣ ਲੱਗੇ। ਇੰਨੇ ਸਮੇਂ ਦੇ ਵਿੱਚ ਹੀ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਪ੍ਰਿਥੀ ਚੰਦ ਦੇ ਪ੍ਰੇਰੇ ਸਪੇਰੇ ਵੱਲੋਂ ਛੱਡਿਆ ਹੋਇਆ ਨਾਗ ਜਾ ਪੂਛੋਂ ਪਕੜਿਆ ਤੇ ਜਦੋਂ ਡੰਗ ਵਾਰਨ ਵਾਸਤੇ ਇੱਕੇ ਵਾਰ ਪਿੱਛੇ ਨੂੰ ਹਟਿਆ ਤੇ ਸਤਿਗੁਰ ਅੱਗੋਂ ਹੀ ਉਹਦਾ ਸਿਰ ਫੜ ਲਿਆ ਤੇ ਅੰਗੂਠੇ ਦੀ ਦਾਬ ਦੇ ਕਰਕੇ ਉਹਨੂੰ ਉਹਦਾ ਸਿਰ ਫੇਰ ਸੁੱਟਿਆ। ਤੇ ਮਾਤਾ ਗੰਗਾ ਜੀ ਨੂੰ ਕੋਈ ਪਤਾ ਨਹੀਂ, ਤੇ ਫਿਰ ਪੂਛ ਤੋਂ ਫੜ ਕਰਕੇ ਜਿਵੇਂ ਧੋਬੀ ਕੱਪੜੇ ਧੋਂਦਾ ਪਲਟਾ ਪਲਟਾ ਕੇ ਵਾਰ-ਵਾਰ ਫਰਸ਼ 'ਤੇ ਮਾਰਿਆ ਕਰਨ। ਜਦੋਂ ਫਰਸ਼ 'ਤੇ ਮਾਰਦੇ ਉੱਚੀ ਆਵਾਜ਼ ਆਉਂਦੀ, ਖੜਾਕ ਆਉਂਦਾ, ਮਾਤਾ ਗੰਗਾ ਜੀ ਵੇਖਦੇ ਵੀ ਇਹ ਕੀ ਕਰਦੇ ਹੈ। ਜਦ ਨਿਗਾਹ ਪਈ ਵੀ ਤਾਂ ਬਹੁਤ
ਵੱਡਾ ਨਾਗ ਹੱਥ ਵਿੱਚ ਪਕੜੀ ਫਿਰਦੇ ਹੈ। ਦੌੜ ਕੇ ਮਾਤਾ ਗੰਗਾ ਜੀ ਤੇ ਸਤਿਗੁਰਾਂ ਨੂੰ ਆਪਣੇ ਗੋਦੀ ਚੁੱਕ ਲਿਆ। ਡਰ ਗਏ ਹੈ ਬਹੁਤ। ਦਵਾ ਦਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ ਮਹਾਰਾਜ ਜਲਦੀ ਨਾਲ ਘਰ ਵਿੱਚ ਆਓ, ਇੱਕ ਤੋਂ ਇੱਕ ਮਹਾਰਾਜ ਘਟਨਾ ਹੋ ਰਹੀ ਹੈ। ਅਜੇ ਪਿੱਛੇ ਜਿਹੀ ਦੀ ਗੱਲ ਹੈ, ਉਹ ਦਾਈ ਘਰ ਵਿੱਚ ਮਰੀ ਜਿਹੜੀ ਜ਼ਹਿਰ ਦੇਣ ਆਈ। ਅੱਜ ਵੇਖੋ ਆ ਐਡਾ ਭਾਰੀ ਨਾਗ, ਤੇ ਹਰਗੋਬਿੰਦ ਸਾਹਿਬ ਨੇ ਉਹ ਵੀ ਫੜ ਕੇ ਮਾਰਨਾ ਕੀਤਾ। ਜੇ ਸਾਡੇ ਬਾਲਕ ਨੂੰ ਕੁਝ ਹੋ ਜਾਂਦਾ ਤੇ ਕੀ ਕਰਦੇ। ਜਲਦੀ ਨਾਲ ਮਹਾਰਾਜ ਨੂੰ ਸੁਨੇਹਾ ਭੇਜਿਆ, ਹਜ਼ੂਰ ਘਰ ਵਿੱਚ ਆਏ। ਮਾਤਾ ਗੰਗਾ ਜੀ ਡਰਦੇ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜਾਣਦੇ ਹੈ ਵੀ ਇਹਨਾਂ ਨੂੰ ਕਿਸੇ ਕੀ ਮਾਰਨਾ। ਇਹਨਾਂ ਤੋਂ ਤਾਂ ਸਾਰੇ ਕਲਿਆਣ ਚਾਹੁੰਦੇ ਆ। ਕਲਯੁਗ ਸਤਯੁਗ ਦੁਆਪਰ ਤ੍ਰੇਤੇ ਦੇ ਜਿੰਨੇ ਜੀਵ ਹੈ, ਇਹਦਾ ਜੇ ਇਸ ਵਸਤੂ ਨੂੰ ਹੱਥ ਲਾ ਦੇਣਗੇ, ਜਿਵੇਂ ਪਾਰਸ ਦੇ ਨਾਲ ਉਹ ਗਲਿਆ ਲੋਹਾ ਛੋ ਜਾਵੇ ਸੋਨਾ ਬਣ ਜਾਂਦਾ। ਇਹ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਸੁੰਦਰ ਪਾਰਸ ਹਨ, ਤੇ ਗਲੇ ਸੜੇ ਜੀਵ ਜਿਹੜੇ ਆ ਭਾਵ ਪਾਪਾਂ ਦੇ ਵਿੱਚ ਗੁਲਤਾਨ ਹੋਏ ਹੈ। ਜਿਹੜੇ ਵੀ ਇਹਨਾਂ ਦੇ ਹੱਥ ਸਪਰਸ਼ ਕਰਨਗੇ, ਇਹਨਾਂ ਦੀ ਮਿਹਰ ਦ੍ਰਿਸ਼ਟੀ ਪਵੇਗੀ, ਉਸੇ ਦਾ ਕਲਿਆਣ ਹੋਈ ਜਾਵੇਗਾ। ਤੇ ਫਿਰ ਉਹ ਨਾਗ ਨੂੰ ਮਹਾਰਾਜ ਨੇ ਪੁੱਛਿਆ ਵੀ ਤੂੰ ਕੌਣ ਹੈ ਭਾਈ, ਇੱਥੇ ਸਾਡੇ ਘਰ ਵਿੱਚ ਆਇਆ। ਮਹਾਰਾਜ ਤਾਂ ਜਾਣਦੇ ਆ ਤੇ ਸੰਗਤਾਂ ਨੂੰ ਜਣਾ ਰਹੇ ਆ ਵੀ ਜਿਹੜੇ ਅਵਤਾਰ ਧਾਰ ਕੇ ਆਏ ਆ ਕੋਈ ਸਧਾਰਨ ਪੁਰਖ ਨਹੀਂ। ਤੋ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਹੱਥ ਜੋੜ ਕਰਕੇ ਦੱਸਿਆ ਵੀ ਹੈ ਤਾਂ ਮੈਂ ਬੜਾ ਤਪੀ ਸੀ, ਰਿਸ਼ੀ ਮੁਨੀ ਸੀ, ਤੇ ਪਰ ਗੱਲ ਇਹ ਹੈ ਵੀ ਹੰਕਾਰ ਆ ਗਿਆ। ਜਿੰਨਾ ਤਪ ਵਧਿਆ ਓਨਾ ਹੀ ਹੰਕਾਰ ਵਧਿਆ ਨਾਲ। ਤੇ ਨਾਰਦ ਮੁਨ ਬ੍ਰਹਮਾ ਦਾ ਪੁੱਤਰ ਕੀਰਤਨ ਭਗਤੀ ਕਰਦਾ ਹੋਇਆ ਆਇਆ ਤਾਂ ਮੈਨੂੰ ਸ਼ੁਭ ਸਿੱਖਿਆ ਦੇਣ ਕਿ ਹੇ ਮਨੀਸ਼ਵਰ, ਤਪ ਵੀ ਤੂੰ ਕਰਦਾ, ਜੇ ਕਿਤੇ ਨਾਲ ਨਾਮ ਜਪੇ ਤੇ ਸੋਨੇ ਤੇ ਸੁਹਾਗਾ ਹੋਵੇ। ਨਾਲ ਨਾਮ ਵੀ ਜਪਿਆ ਕਰ, ਨਾਮ ਸਾਰਿਆਂ ਤੋਂ ਸ੍ਰੇਸ਼ਟ ਹੈ। ਸਾਰੇ ਕੀਤੇ ਜਪ ਤਪ ਜਿਹੜੇ ਨਾਮ ਕਰਕੇ ਸਫਲੇ ਹੈ। ਆਂਦਾ ਮੈਂ ਹੰਕਾਰੀ ਬਹੁਤ ਸੀ, ਆਖੇ ਮੈਂ ਨਾਰਦ ਮੁਨ ਤੇ ਇੱਥੋਂ ਘੱਟ ਹਾਂ। ਸਾਰੇ ਵੇਦ ਪੜ੍ਹਨੇ ਮੈਂ ਜਾਣਦਾ, ਸਭ ਕੁਝ ਮੈਨੂੰ ਜਾਣਿਆ ਬੁੱਝਿਆ, ਤੂੰ ਮੈਨੂੰ ਨਾ ਸਮਝਾ, ਆਪਦਾ ਕੰਮ ਕਰ ਭਾਈ ਜਾ ਕੇ। ਹੋਰ ਵੀ ਅਨਾਦਰ ਦੇ ਬਚਨ ਕਹੇ ਜਦੋਂ, ਤੇ ਕਹਿੰਦਾ ਜੀ ਨਾਰਦ ਮੁਨ ਨੂੰ ਗੁੱਸਾ ਆਇਆ। ਉਹਨੇ ਮੈਨੂੰ ਸਰਾਪ ਦਿੱਤਾ ਵੀ ਤਪੀ ਤਾਂ ਬਹੁਤ ਵੱਡਾ, ਪਰ ਹੰਕਾਰ ਕਰਕੇ ਨਾ ਟੇਢਪਣ ਰੱਖਦਾ ਮਨ ਵਿੱਚ, ਤੇ ਟੇਢੀ ਜੂਨੀ ਨੂੰ ਜਾਏਗਾ। ਟੇਢੀ ਜੂਨੀ ਖਾਲਸਾ ਜੀ ਉਹ ਹੁੰਦੀ ਜਿਹੜੇ ਸਰੀਰ ਧੂ ਕੇ ਤੁਰਦੇ ਆ। ਆਹ ਡੱਡੂ, ਆਹ ਗਡੋਏ, ਸੱਪ ਆਦਿਕ ਜਿਹੜੇ ਕੀੜੇ ਮਕੌੜੇ ਢਿੱਡ ਧੂ ਕੇ ਤੁਰਦੇ, ਟੇਢੀਆਂ ਜੂਨੀਆਂ। ਤਾਂ ਫਿਰ ਕਹਿੰਦਾ ਜੀ ਮੈਨੂੰ ਇਹ ਸਰਾਪ ਦੇ ਕਰਕੇ ਸਰਪ ਜਾਮਾ ਪ੍ਰਾਪਤ ਹੋਇਆ। ਪਰ ਨਾਲ ਉਹਨੇ ਵੀ ਆਖਿਆ ਵੀ ਵੇਦਾਂ ਪੜ੍ਹਿਆਂ ਦਾ ਔਰ ਜਪ ਤਪ ਕੀਤੇ ਦਾ ਫਲ ਵੀ ਜ਼ਰੂਰ ਮਿਲੇਗਾ, ਪਰ ਜਦੋਂ ਇਹ ਸਰਾਪ ਹੰਕਾਰ ਕਰਕੇ ਮਿਲਿਆ ਪੂਰਾ ਹੋਵੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਅਵਤਾਰ ਸੰਸਾਰ 'ਤੇ ਧਾਰਨਗੇ, ਅਤੇ ਉਹਨਾਂ ਦਾ 6ਵੇਂ ਜਾਮੇ ਅੰਦਰ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਸਮੇਂ ਫਿਰ ਤੁਹਾਡਾ ਕਲਿਆਣ ਹੋਵੇਗਾ। ਅਤੇ ਅੱਜ ਵੇਖ ਲਓ ਮਹਾਰਾਜ ਉਹ ਨਾਰਦ ਮੁਨ ਦਾ ਬਚਨ ਸੱਚਾ ਹੋਇਆ। ਅਤੇ ਨਾਲੇ ਵੀ ਦੱਸ ਦਿੱਤਾ ਵੀ ਇਹ ਸਾਰੀ ਖਟਿਆਈ ਤੁਹਾਡੇ ਭਰਾ ਪ੍ਰਿਥੀ ਚੰਦ ਅਤੇ ਕਰਮੋਂ ਦੀ ਹੈ। ਸਾਰੇ ਸੁਣ ਕੇ ਹੈਰਾਨ ਹੁੰਦੇ ਆ। ਪ੍ਰਿਥੀ ਚੰਦ ਦੀ ਬਹੁਤ ਨਿੰਦਿਆ ਹੋਈ, ਕਈਆਂ ਜਾ ਕੇ ਪ੍ਰਿਥੀ ਚੰਦ ਨੂੰ ਲਾਹਣਤਾਂ ਪਾਈਆਂ। ਇਹ ਅੱਗੋਂ ਹੋਰ ਚੁਸਤ ਹੈ, ਕਹਿੰਦਾ ਉਹ ਗੁਰੂ ਅਰਜਨ ਦੇਵ ਜੀ ਤਾਂ ਐਵੇਂ ਆਪਦੇ ਸਾਹਿਬਜ਼ਾਦੇ ਨੂੰ ਗੁਰਤਾ ਦੇਣ ਨੂੰ ਫਿਰਦੇ ਆ, ਅਤੇ ਤਾਂ ਉਹਦੀ ਵਡਿਆਈ ਕਰਦੇ, ਆਪ ਹੀ ਕਰਵਾਈ ਜਾਂਦੇ ਆ। ਉਹ ਭੋਰਾ ਭਰ ਨਿਆਣੇ ਨੂੰ ਕੀ ਪਤਾ, ਕਦੇ ਕਹਿੰਦੇ ਜੀ ਉਹਨੇ ਦਾਈ ਮਾਰ ਦਿੱਤੀ, ਕਦੇ ਕਹਿੰਦੇ ਸੱਪ ਮਾਰ ਦਿੱਤਾ। ਇਹ ਤਾਂ ਉਹਨਾਂ ਦੀ ਵਡਿਆਈ ਜਣਾਉਂਦੇ ਵੀ ਚਲੋ ਵੱਧ ਮਾਵੇਗੀ। ਇਸ ਤਰ੍ਹਾਂ ਦਾ ਪ੍ਰਿਥੀ ਚੰਦ ਅੱਗੋਂ ਇੱਕ ਦੀਆਂ ਵੀ ਸੁਣਾਉਂਦਾ। ਤੋ ਇਹ ਕਥਾ ਆਪਾਂ ਕੱਲ੍ਹ ਸੁਣੀ। ਮਾਤਾ ਗੰਗਾ ਜੀ ਕਈ ਵਾਰੀ ਵਿਚਾਰਦੇ ਮਨ ਵਿੱਚ ਵੀ ਸਾਡੇ ਸਾਹਿਬਜ਼ਾਦੇ ਆਮ ਸਧਾਰਨ ਬਾਲਕਾਂ ਵਰਗੇ ਨਹੀਂ, ਬੜੇ ਅਵਤਾਰ ਹਨ। ਅਤੇ ਮਹਾਰਾਜ ਮੋਹ ਦਾ ਜਾਲ ਜਿਹਾ ਪਾ ਕੇ ਸਾਰਾ ਕੁਝ ਹੀ ਭੁਲਾ ਦਿੰਦੇ ਮਾਤਾ ਨੂੰ।
ਫਿਰ ਮਾਤਾ ਜਾਣਨ ਲੱਗ ਪੈਂਦੀ, ਨਹੀਂ ਇਹ ਤਾਂ ਆਮ ਸਧਾਰਨ ਬੱਚਿਆਂ ਵਰਗੇ ਹੀ ਹੈ। ਇਹ ਕਥਾ ਕੱਲ ਸੁਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਮਹਿਮਾ। ਅੱਗੇ ਜਿਵੇਂ ਪ੍ਰਸੰਗ ਆਉਂਦਾ ਹੈ, ਸਤਿਗੁਰਾਂ ਦੇ ਚਰਨ ਪੂਜਣ ਵਾਸਤੇ ਦੇਵੀ ਦੇਵਤਿਆਂ ਆਉਣਾ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੀ ਸਭ ਸੰਸਾਰ ਵਿੱਚ ਮਹਿਮਾ ਦਾ ਵਧਣਾ। ਹਰਗੋਬਿੰਦ ਸਾਹਿਬ ਮਹਾਰਾਜ ਦੇ ਹੌਲੀ ਹੌਲੀ ਵੱਡੇ ਹੋਣ ਦੇ ਪ੍ਰਸੰਗ ਜਿਵੇਂ ਆਉਂਦੇ ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਚਰਨਾ ਬੁਝ ਤੇ ਚੱਲ ਬੇਪੱਗ। ਉਹ ਕਵੀ ਜੀ ਕਹਿੰਦੇ ਇਸ ਤਰ੍ਹਾਂ, ਧੰਨ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਮਾਂ ਪਿਆ ਤੇ ਪੈਰਾਂ ਵਿੱਚ ਪੂਰਾ ਬਲ ਭਰ ਆਏ ਹੈ ਤੇ ਆਪਣੇ ਪੈਰਾਂ ਦੇ ਨਾਲ ਪੂਰਾ ਖੂਬ ਚੱਲ ਫਿਰ ਲੈਂਦੇ ਹਨ ਚਰਨ ਕਮਲਾਂ ਨਾਲ। ਨੂਪਰ ਪੂਪਰ ਦੌਰ ਬਜਾਵੈਂ। ਤੇ ਜਦੋਂ ਦੌੜਦੇ ਆ ਵਿਹੜੇ ਦੇ ਵਿੱਚ ਤੇ ਪੈਰਾਂ ਵਿੱਚ ਜਿਹੜੇ ਸਗਲੇ ਪਾਏ ਤੇ ਲੱਕ ਦੇ ਉਦਾਲੇ ਬੰਨੀ ਸੋਨੇ ਦੀ ਤੜਾਗੀ ਖੂਬ ਛਣਕਾਟਾ ਪਾਉਂਦੀ ਹੈ। ਕੰਚਨ ਕੀ ਬਾਰ ਕਿੰਕਨ ਹੈ ਕੱਟ। ਆ ਜਿਹੜੀ ਕਿੰਕਣੀ ਉਹ ਹੈ ਤੜਾਗੀ ਲੱਕ ਦੇ ਨਾਲ ਸੁੱਧ ਸੋਨੇ ਦੀ ਬਣਾ ਕੇ ਮਾਤਾ ਜੀਆਂ ਬੰਨੀ ਹੈ। ਹੀਰੇ ਜਰਾਓ ਜਰੇ ਦਮਕਾਵੈਂ। ਜਿਹਦੇ ਵਿੱਚ ਹੀਰੇ ਦੇ ਜੜੌਤ ਜੜੀ ਹੋਈ ਹੈ ਤੇ ਜਦੋਂ ਦੌੜਦੇ ਆ ਵਿਹੜੇ ਦੇ ਵਿੱਚ ਪੈਰਾਂ ਦੇ ਸਗਲੇ ਛਣਕਦੇ ਆ, ਲੱਕ ਦੇ ਦਾਲੇ ਸੋਨੇ ਦੀ ਤੜਾਕੀ ਛਣ 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 ਕਰਦੀ ਹੈ ਤੇ ਵਿਹੜੇ ਵਿੱਚ ਹਜ਼ੂਰ ਭੱਜੇ ਫਿਰਦੇ ਬਹੁਤ ਸ਼ੋਭਾ ਪਾਉਂਦੇ ਹਨ। ਪੀਤ ਗਰੇ ਚਗੁਲੀ ਬਹੁ ਚੀਨ। ਤੇ ਗਲ ਦੇ ਵਿੱਚ ਪੀਲੇ ਰੰਗ ਦੀ ਬਰੀਕ ਸੂਤ ਦੀ ਬਣੀ ਹੋਈ ਝੱਗੀ ਮਾਤਾ ਜੀ ਪਹਿਨਾ ਦਿੰਦੇ ਆ। ਮਹਾਦੁੱਤ ਤੇ ਤਨ ਚਾਰ ਦੇ ਪਾਵੈਂ। ਤੇ ਉਹ ਬਰੀਕ ਸੂਤ ਦੀ ਜਿਹੜੀ ਝੱਗੀ ਉਹਦੇ ਵਿੱਚੋਂ ਸੋਹਣੇ ਰੰਗਾ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਿੰਡਾ ਲਿਸ਼ਕਾਂ ਮਾਰਦਾ ਤੇ ਦੂਰ ਦੂਰ ਤੱਕ ਮਹਾਰਾਜ ਦੀ ਸ਼ੋਭਾ, ਸਰੀਰ ਪਿੰਡੇ ਦੀਆਂ ਚਮਕਾਂ ਦੂਰ ਦੂਰ ਤੱਕ ਸ਼ੋਭਦੀਆਂ ਹਨ। ਹਾਥ ਮੈਂ ਕੰਕਨ ਛਾਪ ਛਲਾਇਨ। ਹੱਥਾਂ ਵਿੱਚ ਸੋਨੇ ਦੇ ਕੜੇ ਪਾਏ ਹੋਏ, ਗਹਿਣੇ ਪਾਏ ਹੋਏ ਮਹਾਰਾਜ ਦੇ ਤੇ ਛਾਪਾਨ ਛੱਲੇ ਹਜ਼ੂਰ ਦੇ ਜਿਹੜੇ ਸ਼ਿੰਗਾਰ ਰਸ ਕਰਦੇ ਹੋਏ ਕਵੀ ਜੀ ਕਹਿੰਦੇ ਹੈ ਸੋਹਣੇ ਕੜੇ ਮੋਟੇ ਭਾਰੇ ਸੋਨਾ ਹੱਥਾਂ ਵਿੱਚ ਵੀ ਪਾਇਆ ਹੋਇਆ ਹੈ। ਸੀਸ ਵਿਭੂਖਣ ਸ਼ੋਭ ਬੜਾਵੈਂ। ਤੇ ਕੋਈ ਸਿਰ ਦਾ ਵੀ ਜਿਹੜਾ ਗਹਿਣਾ ਮੁਕਟ ਆਦਿਕ ਵਾਂਗੂ ਉਹ ਵੀ ਬਾਲਕ ਜਾਣ ਕੇ ਮਾਤਾ ਦੀਆਂ ਪਹਿਨਾਇਆ, ਉਹਦੀ ਵੀ ਬਹੁਤ ਬਹੁਤ ਸ਼ੋਭਾ ਹੋ ਰਹੀ ਹੈ। ਬਾਲਕ ਔਰ ਮਿਲੇ ਤਿਸ ਠੌਰ। ਤੇ ਹੋਰ ਜਿਹੜੇ ਇਥੋਂ ਵਡਾਲੀ ਦੇ ਬੱਚੇ ਆ ਨਾ, ਉਹ ਖੇਡਣ ਵਾਸਤੇ ਮਾਤਾ ਗੰਗਾ ਜੀ ਦੇ ਘਰ ਆ ਜਾਂਦੇ ਆ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਖੇਲਣ ਵਾਸਤੇ। ਹੋਰ ਵੀ ਜਿੰਨੇ ਇੱਥੋਂ ਦੇ ਬਾਲਕ ਹਨ ਮਿਲ ਮਿਲ ਕੇ ਸਤਿਗੁਰਾਂ ਦੇ ਨਾਲ। ਦੌਰਤ ਹੈ ਅਰੁੜਾ ਪਿਛਵਾਈ। ਅਗਵਾ ਪਛਵਾਈ, ਧਿਆਨ ਨਾਲ ਪੜ ਤੋ ਕਦੇ ਅੱਗੇ ਲੱਗ ਜਾਂਦੇ ਹਰਗੋਬਿੰਦ ਸਾਹਿਬ ਮਹਾਰਾਜ ਤੇ ਸਾਰੇ ਵਡਾਲੀ ਦੇ ਬੱਚੇ ਇਹਨਾਂ ਨੂੰ ਫੜਦੇ ਆ, ਥੰਮਾਂ ਦੇ ਉਦਾਲੇ ਕਿਲਕਾਰੀਆਂ ਪਾਉਂਦੇ, ਕਦੇ ਕਮਰਿਆਂ 'ਚ ਵੜਦੇ ਆ, ਕਦੇ ਹਰਗੋਬਿੰਦ ਸਾਹਿਬ ਮਹਾਰਾਜ ਪਿੱਛੇ ਦੌੜਦੇ ਆ ਤੇ ਦੂਸਰੇ ਬੱਚੇ ਅੱਗੇ ਭੱਜ ਜਾਂਦੇ ਹਨ, ਬੜੇ ਖੁਸ਼ ਹੁੰਦੇ, ਕਦੇ ਅੱਗੇ ਕਦੇ ਪਿੱਛੇ ਬੱਚੇ ਭੱਜਦੇ ਆ। ਖੇਲਤ ਹੈ ਵਹ ਮਿਲਤ ਰੌਰ। ਤੇ ਰਲ ਮਿਲ ਕੇ ਸਾਰੇ ਬਾਲਕ ਖੇਡਦੇ ਆ। ਮਾਤਾ ਗੰਗਾ ਜੀ ਦੇ ਘਰ ਸਾਧ ਸੰਗਤ ਜੀ ਕਦੇ ਸੁੰਨਸਾਨ ਸੀਗੀ, ਬਾਲਕ ਹੈ ਨਹੀਂ ਸੀ ਤੇ ਅੱਜ ਕਿਲਕਾਰੀਆਂ ਪੈਂਦੀਆਂ ਸਭ ਦੇਖਦੇ ਆ। ਬਹੁਤ ਬੱਚੇ ਮਿਲ ਕੇ ਹਰਗੋਬਿੰਦ ਸਾਹਿਬ ਮਹਾਰਾਜ ਦਾ ਮੋਹ ਕਰਦੇ ਆ ਕਿਉਂਕਿ ਸੁਨੱਖੇ ਬਹੁਤ ਸਨ ਹਰਗੋਬਿੰਦ ਸਾਹਿਬ ਮਹਾਰਾਜ ਤੇ ਵੇਖ ਵੇਖ ਸਭ ਬਲਿਹਾਰੇ ਜਾਂਦੇ ਆ। ਘਰ ਵਿੱਚ ਬੜਾ ਰੌਲਾ ਪੈਂਦਾ, ਚੀਕਾਂ ਕਿਲਕਾਰੀਆਂ ਵੱਜਦੀਆਂ ਹਨ। ਗੁਰੂ ਹਰਗੋਬਿੰਦ ਜੀ ਹਰ ਖਾਈ। ਤੇ ਬਾਲਕਾਂ ਨਾਲ ਖੇਡਦੇ ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ ਹੁੰਦੇ ਆ। ਹੋਏ ਇਕੱਠਤ ਬੈਠਤ ਹੈ। ਕਦੇ ਇਕੱਠੇ ਹੋ ਕਰਕੇ ਸਾਰੇ ਚੌਂਕੜਾ ਮਾਰ ਬੈਠ ਜਾਂਦੇ ਆ। ਕਬ ਅੰਗ ਅਮੈਠਤ ਦੇਤ ਭਲਾਈ। ਤੇ ਕਦੇ ਭੱਜ ਜਾਂਦੇ, ਇੱਕੋ ਵਾਰੀ ਦੌੜ ਜਾਂਦੇ, ਕਦੇ ਬੈਠ ਕੇ ਤੇ ਆਪਣੇ ਅੰਗ ਜੇ ਅਕੜਾ ਲੈਂਦੇ ਜਿਵੇਂ ਆ ਜਵਾਕ ਲੂਟਣੀਆਂ ਜੀਆਂ ਮਾਰਦੇ ਆ, ਇਸ ਤਰ੍ਹਾਂ ਖੇਡਣ ਲੱਗ ਜਾਂਦੇ ਹਨ। ਸੁੰਦਰ ਮੰਦਰ ਅੰਦਰ ਹਵੈ ਕਬ। ਕਦੇ ਸਾਰੇ ਘਰ ਦੇ ਅੰਦਰ ਵੜ ਜਾਂਦੇ ਆ ਕਮਰਿਆਂ ਦੇ ਵਿੱਚ ਤੇ ਕਈ ਕਈ ਵਾਰ
ਬਾਹਰ ਰੋਕਤ ਹੈ ਭਜ ਜਾਈ। ਤੇ ਕਈ ਵਾਰੀ ਬਾਹਰ ਦੌੜ ਜਾਂਦੇ ਐ। ਕਈ ਵਾਰ ਹਰਗੋਬਿੰਦ ਸਾਹਿਬ ਮਹਾਰਾਜ ਬੱਚਿਆਂ ਸਮੇਤ ਹੀ ਆਣ ਕਮਰਿਆਂ ਵਿੱਚ ਰੌਲਾ ਪਾਉਂਦੇ ਐ। ਮਾਤਾ ਜੀ ਝਿੜਕਦੇ ਆ, ਫਿਰ ਸਾਰਿਆਂ ਨੂੰ ਲੈ ਕੇ ਬਾਹਰ ਦੌੜ ਜਾਂਦੇ ਐ। ਤੇ ਕਈ ਵਾਰੀ ਮਾਤਾ ਜੀ ਕਹਿੰਦੇ ਤੁਸੀਂ ਨਹੀਂ ਬਾਹਰ ਜਾਣਾ, ਹੁਣ ਜਿਵੇਂ ਦੇਰ ਹੋ ਗਈ, ਹਨੇਰਾ ਹੋ ਗਿਆ। ਤੇ ਮਾਤਾ ਗੰਗਾ ਜੀ ਦੇ ਫੜਦਿਆਂ ਬਲ ਬਹੁਤ ਹੈ ਤੇ ਇੱਕੋ ਵਾਰੀ ਮਾਰਦੇ ਹਵੱਕਾ ਤੇ ਬਾਂਹ ਛੜਾ ਕੇ ਦੌੜ ਜਾਂਦੇ ਆ। ਗ੍ਰਾਮ ਵਡਾਲੀ ਕੇ ਬਾਲਕ ਜੇ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਜਿੰਨੇ ਵਡਾਲੀ ਨਗਰ ਦੇ ਬੱਚੇ ਹਨ, ਵੱਡ ਭਾਗ ਪਰੇ ਏਮ ਖੇਲਤ ਹੈ। ਉਹਨਾਂ ਦੇ ਵੀ ਵੱਡੇ ਭਾਗ ਹੈ ਭਾਈ, ਜਿਹੜੇ ਪਰਮੇਸ਼ਰ ਦੇ ਨਾਲ ਖੇਡਣ ਦਾ ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ। ਪਿੱਛੇ ਕਥਾ ਸੁਣਦੇ ਸੀ ਨਾ ਆਪਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਨਕ ਪ੍ਰਕਾਸ਼ ਅੰਦਰ, ਉੱਥੇ ਵੀ ਕਵੀ ਜੀ ਆਖਿਆ ਵੀ ਉਹਨਾਂ ਦੇ ਵੱਡੇ ਭਾਗ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਨੂੰ ਸੰਸਾਰ ਤਰਸਦਾ ਹੈ। ਉਹਨਾਂ ਦੇ ਨਾਲ ਖੇਡਣ ਦਾ ਸੁਭਾਗ ਬਚਪਨ ਵਿੱਚ ਜਿਨ੍ਹਾਂ ਨੂੰ ਪ੍ਰਾਪਤ ਹੋਇਆ, ਉਹਨਾਂ ਦੇ ਕਿੱਡੇ ਵੱਡੇ ਭਾਗ ਹੋਣਗੇ। ਕਿੰਨੇ ਕਰਮ ਕੀਤੇ ਉਹਨਾਂ ਨੇ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਖੇਡਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸ਼੍ਰੀ ਹਰਗੋਬਿੰਦ ਸੰਗ ਮਿਲੇ। ਜਿਹੜੇ ਸਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਖੇਡਦੇ ਐ, ਰਲ ਮਿਲ ਕੇ ਰਹਿੰਦੇ ਐ, ਸਾਰਾ ਦਿਨ ਇਕੱਠੇ ਬੈਠਦੇ ਹਨ। ਬਾਹ ਸਵਾਦ ਕੇ ਭੋਜਨ ਮਿਲਤ ਹੈ। ਬਾਕੀ ਹੁਣ ਮਾਤਾ ਗੰਗਾ ਜੀ ਦੇ ਘਰ ਵਿੱਚ ਲੰਗਰ ਚੱਲਦੇ ਹੀ ਰਹਿੰਦੇ ਐ ਤੇ ਬਹੁਤ ਤਰ੍ਹਾਂ ਦੀ ਫਿਰ ਸੰਗਤ ਆਉਂਦੀ ਆ। ਕੋਈ ਨਾਨਾ ਤਰ੍ਹਾਂ ਦੀਆਂ ਭੇਟਾਵਾਂ ਆਉਂਦੀਆਂ ਸਨ। ਕੋਈ ਸੰਗਤਾਂ ਘਰ ਵਿੱਚੋਂ ਪਦਾਰਥ ਬਣਾ ਕੇ ਲਿਆਉਂਦੇ ਸੀ ਸਤਿਗੁਰਾਂ ਦੇ ਘਰ ਵਾਸਤੇ। ਤੋ ਹੁਣ ਬਾਲਕ ਬੱਚਿਆਂ ਨੂੰ ਖਾਣ ਪੀਣ ਦਾ ਵੀ ਲਾਲਚ ਹੁੰਦਾ ਤੇ ਉਹ ਬਾਲਕ ਜਿਹੜੇ ਆ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਰਹਿੰਦੇ ਜ਼ਿਆਦਾ। ਕਈ ਵਾਰੀ ਘਰ ਵਿੱਚ ਆ ਜਾਂਦੇ ਆ, ਜ਼ਿਆਦਾਤਰ ਤਾਂ ਨਾਲ ਰਹਿੰਦੇ ਵੀ ਚਲੋ ਖਾਣ ਪੀਣ ਨੂੰ ਖੁੱਲ੍ਹਾ ਮਿਲਦਾ ਤੇ ਸੋਹਣਾ ਜਿਹੜਾ ਵੇ ਇਹਨਾਂ ਦੇ ਘਰੇ ਪਕਵਾਨ ਨਾਨਾ ਤਰ੍ਹਾਂ ਦੇ ਬਣਦੇ ਆ। ਉਹ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਖੇਡਣ ਵਾਲੇ ਬੱਚਿਆਂ ਨੂੰ ਵੀ ਮੰਗਾ ਜੀ ਖੂਬ ਰਜਾਉਂਦੇ ਆ। ਦਇਓ ਸੋ ਸਬੈ ਨਹਿ ਪਾਸ ਤਜੈ। ਤੇ ਸਾਰਾ ਦਿਨ ਹੀ ਮਹਾਰਾਜ ਦੇ ਨਾਲ ਰਹਿੰਦੇ ਆ, ਸੰਧਿਆ ਸਮੇਂ ਤੱਕ ਸਾਥ ਨਹੀਂ ਛੱਡਦੇ। ਮਿਲ ਆਪਸ ਮੈਂ ਥਾਲ ਰੇਲਤ ਹੈ। ਤੇ ਆਪਸ ਦੇ ਵਿੱਚ ਜਿਹੜੇ ਵੈ ਰਲ ਮਿਲ ਕਰਕੇ ਖੇਡਦੇ ਰਹਿੰਦੇ ਆ, ਰਲ ਕਰਕੇ। ਆਪ ਦੇਖਾਏ ਕਰੇ ਕੁਸ਼ਤੀ। ਆਪ ਜਿਹੜੇ ਵੈ ਦਿਖਾਉਣ ਵਾਸਤੇ ਹਰਗੋਬਿੰਦ ਸਾਹਿਬ ਮਹਾਰਾਜ ਕਦੇ ਕੁਸ਼ਤੀ ਕਰ ਲੈਂਦੇ ਆ, ਜਿਹੜਾ ਇੱਕ ਦੂਜੇ ਨੂੰ ਢਾਉਂਦੇ ਆ, ਘੋਲ ਕਰ ਲੈਂਦੇ ਆ। ਗਹਿ ਹੱਥ ਨ ਸਾਥ ਤਗੇਲਤ ਹੈ। ਤੇ ਕਈ ਵਾਰੀ ਆਪ ਦਾ ਬਲ ਵਿਖਾਉਂਦੇ ਬੱਚੇ, ਫਿਰ ਇੱਕ ਪਾਸੇ ਸਾਰੇ ਲੱਗ ਜਾਂਦੇ ਆ ਧੱਕਣ ਵਾਸਤੇ ਤੇ ਇੱਕ ਪਾਸੇ ਹਰਗੋਬਿੰਦ ਸਾਹਿਬ ਮਹਾਰਾਜ ਇਕੱਲੇ ਖੜ ਜਾਂਦੇ ਆ ਤੇ ਧਰਤੀ ਦੇ ਵਿੱਚ ਪੈਰਾਂ ਟਿਕਾ ਕੇ ਜਮਾ ਕੇ ਉਹ ਸਾਰੇ ਇਹਨਾਂ ਨੂੰ ਧੱਕਦੇ ਆ ਤੇ ਇਹ ਇੱਕ ਪਾਸੇ ਇਕੱਲੇ ਹੀ ਉਹਨਾਂ ਸਭ ਨੂੰ ਧੱਕੀ ਫਿਰਦੇ ਆ। ਇਸ ਤਰ੍ਹਾਂ ਹਜ਼ੂਰ ਕਰ ਲੈਂਦੇ ਆ। ਦੋਹਰਾ ਇਸ ਪ੍ਰਕਾਰ ਕ੍ਰੀੜਤ ਪ੍ਰਭੂ। ਕਵੀ ਜੀ ਕਹਿੰਦੇ ਕੀ ਮਹਿਮਾ ਸਤਿਗੁਰਾਂ ਦੀ ਕਰੀਏ। ਪਰਮੇਸ਼ਰ ਹੀ ਸੰਸਾਰ ਤੇ ਆਏ ਹੋਏ ਤੇ ਬੱਚਿਆਂ ਵਾਂਗੂ ਕਿਰਿਆ ਕਰਦੇ ਹਨ। ਖੇਲਤ ਖੇਲ ਵਿਸ਼ਾਲ। ਰਲ ਮਿਲ ਕਰਕੇ ਬੱਚਿਆਂ ਦੇ ਨਾਲ ਖੂਬ ਖੇਡ ਰਹੇ ਹਨ। ਮਿਲਹਿ ਜਾਲ ਬਾਲਕ ਲਲਿਤ। ਸਾਰੇ ਵਡਾਲੀ ਨਗਰ ਦੇ ਸੁੰਦਰ ਬੱਚੇ ਆਣ ਕੇ ਹਜ਼ੂਰ ਦੇ ਨਾਲ ਮਿਲ ਖੇਡਦੇ ਆ। ਨਿਸਮਹਿ ਨਿਜ ਨਿਜ ਸਾਲ। ਤੇ ਰਾਤ ਹੁੰਦੀ ਉਦੋਂ ਸਭ ਆਪੋ ਆਪਣੇ ਘਰ ਨੂੰ ਮੁੜ ਜਾਂਦੇ ਆ। ਦੋਹਰਾ ਸ਼੍ਰੀ ਅਰਜਨ ਹੋਏ ਜਾਮਨੀ। ਤੇ ਸਾਰਾ ਦਿਨ ਮਹਾਰਾਜ ਬਾਹਰ ਰਹਿੰਦੇ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ। ਜਦੋਂ ਰਾਤ ਹੁੰਦੀ ਹੈ ਉਦੋਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਘਰ ਪਰਤਦੇ ਹਨ। ਆਵਹਿ ਅਜਰ ਮਝਾਰ। ਤੇ ਆ ਕੇ ਜਦੋਂ ਵਿਹੜੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਆਣ ਸੁਭਾਏਮਾਨ ਹੁੰਦੇ ਆ। ਬੈਠ ਪ੍ਰਿਅੰਕ ਬਿਰਾਜ ਤੇ ਮਾਤਾ ਗੰਗਾ ਜੀਆਂ ਹਜ਼ੂਰ ਦੇ ਆਉਣ ਦਾ ਸਮਾਂ ਜਾਣ ਕੇ ਸੋਹਣਾ ਪਲੰਘਾ ਵਿਹੜੇ ਵਿੱਚ ਡਾਹ ਕੇ ਉਹਨੂੰ ਗਲੀਚਿਆਂ ਨਾਲ ਚੰਗੀ ਤਰ੍ਹਾਂ ਵਿਛਾਇਆ ਹੁੰਦਾ ਸੀ। ਤੇ ਹਜ਼ੂਰ ਨੇ ਜਦੋਂ ਆਉਣਾ ਤੇ ਆਉਂਦਿਆਂ ਨੂੰ ਧੰਨ ਮਾਤਾ ਗੰਗਾ ਜੀਆਂ ਸਾਰਾ ਜਿਹੜਾ ਵਾ ਉਹ ਸੋਹਣਾ ਪਲੰਘਾ ਮਹਾਰਾਜ ਵਾਸਤੇ ਡਾਹਿਆ ਵਿਹੜੇ ਦੇ ਵਿੱਚ ਤੇ ਹਜ਼ੂਰ ਆ ਕੇ ਉਹਦੇ ਉੱਪਰ ਬਿਰਾਜਮਾਨ ਹੋ ਜਾਂਦੇ ਆ। ਸਭ ਸੁਖ ਕੇ ਦਾਤਾਰ। ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਰਿਆਂ ਸੁੱਖਾਂ ਦੇ ਦਾਤੇ ਹਨ। ਸਵਈਆ ਹਾਥ ਕੋ ਜੋਰ ਕੈ ਗੰਗ ਬਖਾਨਤ। ਤੋ ਕਵੀ ਜੀ ਕਹਿੰਦੇ ਆ ਕਿ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਘਰ ਵਿੱਚ ਆਏ ਇੱਕ ਦਿਨ
ਵਿਹੜੇ ਵਿੱਚ ਬੈਠੇ ਹੋਏ ਧੰਨ ਮਾਤਾ ਗੰਗਾ ਜੀਆਂ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ ਆਪ ਮਹਾਮਤ ਦੇਤ ਸਬੈ। ਵੀ ਇਹ ਸੱਚੇ ਪਾਤਸ਼ਾਹ ਆਪ ਤਾਂ ਕਿਸੇ ਨੂੰ ਮਾੜੀ ਮੱਤ ਨਹੀਂ ਦਿੰਦੇ ਹੋ, ਸਾਰਿਆਂ ਨੂੰ ਚੰਗੀ ਸ਼੍ਰੇਸ਼ਟ ਮੱਤ ਹੀ ਦਿੰਦੇ ਹੋ। ਮੋਹਿ ਰਿਦਾ ਡਰ ਪੰਤ ਰਹੈ। ਪਰ ਮਹਾਰਾਜ ਵੇਖੋ ਤਾਂ ਵੀ ਮੇਰਾ ਨਾ ਰਿਦਾ ਹੁਣ ਬੜਾ ਡਰਦਾ ਰਹਿੰਦਾ, ਮੇਰੇ ਮਨ ਵਿੱਚ ਸਦਾ ਹੀ ਹੌਲ ਪੈਂਦੇ ਆ, ਭੈ ਲੱਗਦਾ ਰਹਿੰਦਾ ਹੈ। ਇਸ ਹੇਤ ਕਰਾਂ ਬੇਨਤੀ ਸੋ ਅਬੈ। ਤੇ ਇਸ ਕਰਕੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਨਾਲ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਬ੍ਰਿੰਦ ਵੱਡੇ ਉਤਪਾਤ ਕੇ ਘਾਤਕ। ਵੀ ਆਪ ਜੀ ਵੱਡੇ ਵੱਡੇ ਜਿਹੜੇ ਉਪਦਰਵ ਹੈ ਉਹਨਾਂ ਦੇ ਨਾਸ਼ ਕਰਨ ਵਾਲੇ ਹੋ। ਆਪ ਸਮਰੱਥ ਜਬੈਰੋ ਕਬੈ। ਤੇ ਜਬੈ ਕਬੈ ਕਹੀਏ ਜਦੋਂ ਕਦੋਂ, ਭਾਵ ਸਦਾ ਹੀ ਮਹਾਰਾਜ ਆਪ ਸਮਰੱਥ ਹੋ, ਸਰਬੱਤ ਦੀ ਰੱਖਿਆ ਕਰਨ ਵਾਲੇ ਸਰਬ ਥਾਵਾਂ ਤੇ। ਹੋਏ ਨਾ ਕੋ ਬਿਘਨਾ ਤੇ ਸਥਾਨ। ਤੇ ਮਹਾਰਾਜ ਕੋਈ ਵਿਘਨ ਨਾ ਹੋਵੇ ਉਸ ਥਾਂ ਤੇ ਜਹਾਂ ਤੁਮ ਨਾਮ ਉਚਾਰਤ ਬੈ। ਜਿੱਥੇ ਤੁਹਾਡਾ ਨਾਮ ਉਚਾਰਿਆ ਜਾਂਦਾ। ਇਹ ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਸੰਗਤਾਂ ਤੁਹਾਨੂੰ ਧਿਆਉਂਦੀਆਂ ਉੱਥੇ ਕਦੇ ਕੋਈ ਵਿਘਨ ਨਹੀਂ ਪੈਂਦਾ ਹੈ। ਆਏ ਬਸੇ ਹਮ ਗ੍ਰਾਮ ਬਿਖੈ। ਤੇ ਬੇਨਤੀ ਇਹ ਹੈ ਵੀ ਆਪਾਂ ਰਮਦਾਸਪੁਰਾ ਅੰਮ੍ਰਿਤਸਰ ਸਾਹਿਬ ਛੱਡ ਕੇ ਤੇ ਪਿਛਲੇ ਕੁਝ ਸਾਲਾਂ ਤੋਂ ਇੱਥੇ ਵਡਾਲੀ ਵਿੱਚ ਆ ਕੇ ਵਸੇ ਹੋਏ ਹਾਂ। ਕਰ ਬ੍ਰਿੰਦ ਉਪਾਏ ਕੋ ਨੰਦਨ ਪਾਇਓ। ਤੇ ਬੜੇ ਉਪਾਅ ਦੇ ਨਾਲ, ਬੜੀ ਸ਼ਿੱਦਤ ਦੇ ਨਾਲ ਮਹਾਰਾਜ ਆਪਣੇ ਘਰ ਵਿੱਚ ਸਾਹਿਬਜ਼ਾਦੇ ਨੇ ਜਨਮ ਲਿਆ ਹੈ। ਸੁੰਦਰ ਰੂਪ ਬਿਲੰਦ ਆਨੰਦਕ। ਤੇ ਬਹੁਤ ਆਨੰਦ ਦਾ ਘਰ ਹਨ ਸਾਹਿਬਜ਼ਾਦੇ, ਆਨੰਦ ਦੇ ਰਹੇ ਹੈ, ਜਿਨ੍ਹਾਂ ਦਾ ਬਹੁਤ ਸੁੰਦਰ ਸਰੂਪ ਹੈ। ਏਕ ਅਹ ਨ ਦੁਤੀ ਉਪਜਾਇਓ। ਬਾਕੀ ਮਹਾਰਾਜ ਆਪਣੇ ਘਰੇ ਕਿਹੜਾ ਕੋਈ ਦੋ ਚਾਰ ਬਹੁਤੇ ਪੁੱਤਰ ਹੈ, ਇੱਕੋ ਇੱਕ ਆਪਣੇ ਘਰ ਦੇ ਵਿੱਚ ਸਾਹਿਬਜ਼ਾਦੇ ਹਨ। ਸ਼੍ਰੀ ਗੁਰੂ ਨਾਨਕ ਆਪ ਦਇਆ ਕਰ। ਆਏ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਹੁਤ ਆਪਣੀ ਦਇਆ ਕੀਤੀ ਹੈ। ਹਾਥ ਦਾ ਜਾਨ ਕੈ ਦਾਸ ਬਚਾਇਓ। ਤੇ ਸਾਡੇ ਹਰਗੋਬਿੰਦ ਨੂੰ ਹੱਥ ਦੇ ਕਰਕੇ ਮਹਾਰਾਜ 2 ਵਾਰੀ ਰੱਖਿਆ ਕੀਤੀ ਹੈ, ਉਹ ਦਾਈ ਤੋਂ ਤੇ ਇਹ ਸੱਪ ਤੋਂ। ਮਹਾਰਾਜ ਵੀ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਦਇਆ ਕੀਤੀ ਸਾਡੇ ਤੇ, ਆਪਦੇ ਦਾਸ ਸੇਵਕ ਜਾਣ ਕੇ ਤੇ ਸਾਡੇ ਪੁੱਤਰ ਦੀ ਰੱਖਿਆ ਕੀਤੀ ਹੈ। ਧਾਏ ਮਹਾ ਅਪਰਾਧਨ ਤੇ। ਤੁਸੀਂ ਵੇਖਿਆ ਹੀ ਹੈ ਨਾ ਵੀ ਜਿਹੜੀ ਇੱਕੋ ਦਾਈ ਆਈ ਸੀ ਅਸਥਨਾ ਨੂੰ ਜ਼ਹਿਰ ਲਾ ਕੇ ਮਾਰਨ ਵਾਸਤੇ, ਉਹ ਪਾਪਣ ਦਾਈ ਤੋਂ ਰੱਖਿਆ ਕੀਤੀ ਸਤਿਗੁਰਾਂ ਨੇ। ਇਸ ਪੰਨਗ ਤੇ ਸੁਖ ਸੋ ਉਬਰਾਇਓ। ਤੇ ਆ ਹੁਣ ਵੇਖੋ ਸੱਪ ਲੜ ਚੱਲਿਆ ਸੀ ਸਾਡੇ ਸਾਹਿਬਜ਼ਾਦੇ ਨੂੰ, ਤੇ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਸੁੱਖਾਂ ਦੀ ਦਾਤ ਬਖਸ਼ਿਸ਼ ਕੀਤੀ ਹੈ, ਤੇ ਇਸ ਸੱਪ ਤੋਂ ਵੀ ਮਹਾਰਾਜ ਨੇ ਬਚਾਉਣਾ ਕੀਤਾ ਹੈ। ਆਪ ਚਲੋ ਆਪਣੇ ਪੁਰ ਕੋ। ਇਸ ਲਈ ਮਹਾਰਾਜ ਮੈਂ ਤਾਂ ਕਹਿੰਦੀ ਹਾਂ ਵੀ ਹੁਣ ਇਹ ਮੈਨੂੰ ਚੰਗਾ ਨਹੀਂ ਲੱਗਦਾ ਹੈ ਨਗਰ। ਹੁਣ ਇੱਥੇ 2-3 ਵਾਰੀ ਇਹੋ ਆਪਣੇ ਪੁੱਤਰ ਤੇ ਹਮਲਾ ਹੋ ਚੁੱਕਾ ਹੈ, ਮਾਰਨ ਦੀਆਂ ਸਾਜ਼ਿਸ਼ਾਂ ਕੀਤੀਆਂ, ਵੀ ਕਿਉਂ ਨਾ ਹੋਵੇ ਮਹਾਰਾਜ ਵੀ ਆਪਾਂ ਹੁਣ ਇੱਥੋਂ ਅੰਮ੍ਰਿਤਸਰ ਸਾਹਿਬ ਵਾਪਸ ਮੁੜ ਚੱਲੀਏ। ਤਹਿ ਬਾਸ ਕਰੋ ਬਿਗਨ ਨਹਿ ਹੋਵੇ। ਵੀ ਜੇ ਆਪਾਂ ਉੱਥੇ ਵਾਸਾ ਕਰ ਲਈਏ ਤੇ ਆਪੇ ਵਿਘਨ ਨਾ ਪੈਣ। ਵੀ ਜਦੋਂ ਦੇ ਇੱਥੇ ਆਏ ਆ ਉਦੋਂ ਦਾ ਹੀ ਆਹ ਕੁਝ ਹੋਣ ਲੱਗਿਆ, ਤੇ ਜੇ ਆਪਾਂ ਅੰਮ੍ਰਿਤਸਰ ਸਾਹਿਬ ਫੇਰ ਮੁੜ ਚੱਲੀਏ, ਕਿਉਂਕਿ ਛੋਟਾ ਨਗਰ ਹੈ, ਉੱਥੇ ਸ਼ਹਿਰ ਵੱਡਾ, ਤੇ ਮਹਾਰਾਜ ਇੱਥੇ ਇਹੋ ਜਿਹੇ ਵਿਘਨ ਉੱਥੇ ਨਾ ਪੈਣਗੇ। ਸੇਵਕ ਬ੍ਰਿੰਦ ਬਸੈ ਸਭ ਸੇਵੈ। ਕਿਉਂਕਿ ਸਾਰੇ ਅੰਮ੍ਰਿਤਸਰ ਵਿੱਚ ਤੁਹਾਡੇ ਸਿੱਖ ਸੇਵਕ ਰਹਿੰਦੇ, ਤੁਹਾਡੀ ਖੂਬ ਸੇਵਾ ਕਰਦੇ ਆ, ਕਰਨਗੇ। ਚਿੰਤ ਤਹਾਂ ਬਸ ਕਹਿ ਹਮ ਖੋਵੈ। ਕਿ ਉੱਥੇ ਜਾ ਕੇ ਚਿੰਤਾ ਨਹੀਂ ਰਹੂ ਕਿਸੇ ਆਪਣੇ ਸਾਹਿਬਜ਼ਾਦੇ ਦੀ, ਵੀ ਪਰੇਸ਼ਾਨੀ ਕੋਈ ਨਹੀਂ ਹੋ ਰੱਖਿਆ ਦੀ। ਉੱਥੇ ਖੂਬ ਰੱਖਿਆ ਹੋ, ਕਿਉਂਕਿ ਸਿੱਖ ਬਹੁਤ ਰਹਿੰਦੇ ਉੱਥੇ, ਤੇ ਸਾਰਾ ਦਿਨ ਨਿਗਾਹ ਰਹੂ ਕਰੂਗੀ। ਇਹ ਸੱਚੇ ਪਾਤਸ਼ਾਹ ਜੀ ਉੱਥੇ ਚਲੇ ਜਾਈਏ ਤੇ ਸਾਰੀ ਚਿੰਤਾ ਨਾਸ਼ ਹੋ ਜਾਵੇਗੀ। ਈਖਦ ਗ੍ਰਾਮ ਬਿਖੈ ਬਸਤੇ। ਕਿਉਂਕਿ ਵੇਖੋ ਵਡਾਲੀ ਨਗਰ ਬੜਾ ਛੋਟਾ ਜਿਹਾ ਪਿੰਡ ਹੈ ਜਿੱਥੇ ਆਪਾਂ ਹੁਣ ਵਸ ਰਹੇ ਹਾਂ। ਨਾਰ ਬ੍ਰਿੰਦ ਨਹੀਂ ਪੁਰ ਜੇਤ ਕਜੋਵੈ। ਜਿੰਨੇ ਅੰਮ੍ਰਿਤਸਰ ਸਾਹਿਬ ਵਿੱਚ ਸਿੱਖ ਸਨ ਜਾਂ ਰੌਣਕਾਂ ਸੀਗੀਆਂ, ਇੱਥੇ ਓਨੀਆਂ ਨਹੀਂ, ਘੱਟ ਹੀ ਲੋਕ ਸਿੱਖ ਇੱਥੇ ਆਉਂਦੇ ਜਾਂਦੇ ਆ। ਥਾਨ ਬਡੇਨ ਕੇ ਪਾਸ ਕਰੋ। ਤੇ ਮਹਾਰਾਜ ਇਸ ਤਰ੍ਹਾਂ ਮੈਂ ਕਹਿੰਦੇ ਆ ਵੀ ਵੱਡੇ ਥਾਂ ਤੇ ਭਾਵ ਉਹ ਵਡੇਣ ਕੇ ਬਾਸ ਕਰੋ,
ਉਹ ਅੰਮ੍ਰਿਤਸਰ ਸਾਹਿਬ ਜਿਹੜਾ ਵੱਡਾ ਸਥਾਨ ਸ਼ਹਿਰ ਹੈ, ਆਪ ਜੀ ਕਿਰਪਾ ਕਰੋ ਤੇ ਆਪਾਂ ਉੱਥੇ ਵਾਸਾ ਕਰ ਲਈਏ। ਸੁਖ ਰਸ ਤਹਾਂ ਨਿਸ਼ਚਿੰਤ ਹੀ ਤੇ ਸੋਵੈ। ਇੱਕ ਮਹਾਰਾਜ ਹੁਣ ਇੱਥੇ ਨੇਤਰੀ ਨੀਂਦ ਨਹੀਂ ਪੈਂਦੀ, ਮੈਨੂੰ ਡਰ ਲੱਗਿਆ ਰਹਿੰਦਾ ਵੀ ਕਿਤੇ ਹਰਗੋਬਿੰਦ ਸਾਹਿਬ ਨਾਲ ਕੋਈ ਅਭੀ ਨਬੀ ਨਾ ਕਰ ਜਾਵੇ। ਛੋਟਾ ਪਿੰਡ ਹੈ ਤੇ ਰਾਖੀ ਦਾ ਕੋਈ ਬਹੁਤਾ ਹੈ ਨਹੀਂ ਮਹਾਰਾਜ, ਤੇ ਕਿਰਪਾ ਕਰੋ ਜੇ ਆਪਾਂ ਅੰਮ੍ਰਿਤਸਰ ਸਾਹਿਬ ਚਲ ਜਾਈਏ ਤੇ ਚਿੰਤਾ ਮੁੱਕ ਜਾਵੇਗੀ, ਰਾਤ ਨੂੰ ਮੈਂ ਵੀ ਸੌਖੀ ਨੀਂਦ ਸੌ ਲਿਆ ਕਰਾਂਗੀ। ਸ਼੍ਰੀ ਗੁਰਨਾਥ ਪਨਿਓ ਡਰ ਨਾ ਔਰ। ਤੇ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਹੇ ਗੰਗਾ, ਇਹ ਗੱਲ ਦਾ ਮਨ ਵਿੱਚ ਕੋਈ ਡਰ ਨਾ ਰੱਖ ਤੈਂ। ਬਾਲਕ ਕੀ ਰਖਵਾਰ ਰਮਾਪਤ। ਬਾਲਕ ਦਾ, ਸਾਡੇ ਹਰਗੋਬਿੰਦ ਦਾ ਮਾਲਕ ਰੱਖਿਅਕ ਤਾਂ ਆਪ ਪਰਮੇਸ਼ਰ ਵਾਹਿਗੁਰੂ ਹੈ। ਭਾਵੀ ਟਰੈ ਨਹਿ ਕੋ ਕਿਤ ਜਾਏ। ਬਾਕੀ ਜਿਹੜਾ ਕੁਝ ਹੋਣਾ ਨਾ, ਉਹ ਹੋਣਹਾਰ ਤਾਂ ਹੋ ਹੀ ਜਾਣਾ, ਭਾਵੇਂ ਅੰਮ੍ਰਿਤਸਰ ਚੱਲ ਜਾਈਏ ਤੇ ਭਾਵੇਂ ਇੱਥੇ ਹੀ ਰਹਿ ਪਈਏ। ਵੀ ਜਿਹੜਾ ਕੁਝ ਹੋਣਾ ਹੁੰਦਾ ਉਹ ਤਾਂ ਹੋ ਕੇ ਹੀ ਰਹਿਣਾ, ਉਹ ਥਾਂ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਬਨੈ ਤਿਸ ਰੀਤ ਮਿਟੈ ਨਾ ਕਦਾਚਿਤ। ਵੀ ਜਿਹੜੀ ਭਾਵੀ ਬਣੀ ਹੋਈ ਨਾ, ਉਹ ਕਿਸੇ ਤਰੀਕੇ ਨਾਲ ਕਦੇ ਮਿਟਦੀ ਨਹੀਂ ਹੁੰਦੀ। ਥਾਂ ਜਿੰਨੇ ਮਰਜ਼ੀ ਇੱਥੋਂ ਛੱਡ ਕੇ ਜਿੱਥੇ ਮਰਜ਼ੀ ਚੱਲ ਜਾਈਏ, ਪਰ ਉਹ ਨਾ ਟਲਣ ਵਾਲੀ ਜਿਹੜੀ ਭਾਵੀ, ਉਹ ਤਾਂ ਹੋ ਕੇ ਰਹਿੰਦੀ ਹੈ। ਆਸ ਕਰੋ ਪਰਮੇਸ਼ਰ ਕੀ। ਤੇ ਇਸ ਕਰਕੇ ਡਰੋ ਨਾ ਤੇ ਪਰਮੇਸ਼ਰ ਤੇ ਆਸ ਰੱਖੋ, ਭਰੋਸਾ ਰੱਖੋ। ਜਿਸ ਤੇ ਨਹਿ ਔਰ ਵੱਡੋ ਸੁਖ ਦਾ ਹਿਤ। ਜੇ ਇਸ ਪਰਮੇਸ਼ਰ ਤੋਂ ਹੋਰ ਕੋਈ ਸੁਖ ਦੇਣ ਵਾਲਾ ਹੇਤੂ ਪ੍ਰੇਮੀ ਪਿਆਰਾ ਨਹੀਂ ਹੈ। ਤਰਾਸ ਬਿਨਾ ਕਿਮ ਤਰਾਸ ਕਰੈ। ਬਾਕੀ ਹਰਗੋਬਿੰਦ ਸਾਹਿਬ ਤਾਂ ਡਰ ਤੋਂ ਆਪ ਰਹਿਤ ਹੈ, ਤੇ ਤੁਸੀਂ ਉਹਨਾਂ ਵਾਸਤੇ ਕਿਉਂ ਡਰ ਕਰਦੇ, ਭੈ ਕਰਦੇ ਹੋ। ਸਿਮਰ ਸਤਨਾਮ ਵਿਸਾਲ ਸਦਾ ਚਿਤ। ਬਸ ਅਸੀਂ ਤਾਂ ਕਹਿੰਦੇ ਹਾਂ ਡਰੋ ਨਾ, ਤੇ ਸਦਾ ਆਪਣੇ ਚਿੱਤ ਵਿੱਚ ਵਾਹਿਗੁਰੂ 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 ਦਾ ਸਿਮਰਨ ਕਰਿਆ ਕਰੋ। ਗੂੜ ਮਹਾ ਕਪਟੀ ਪ੍ਰਿਥਿਆ। ਤੇ ਜੇ ਤੁਸੀਂ ਆਖਦੇ ਹੋ ਵੀ ਆਪਾਂ ਵਡਾਲੀ ਛੱਡ ਕੇ ਅੰਮ੍ਰਿਤਸਰ ਸਾਹਿਬ ਚਲ ਜਾਈਏ, ਤੇ ਵੇਖੋ ਤਾਂ ਸਹੀ ਵੀ ਉਥੇ ਮਹਾਨ ਮੰਦੀ ਮੱਤ ਵਾਲਾ ਪ੍ਰਿਥੀ ਚੰਦ ਰਹਿੰਦਾ, ਜਿਹੜਾ ਸਾਨੂੰ ਵਡਾਲੀ ਵਿੱਚ ਇੱਥੇ ਉਹ ਕਰਨੋਂ ਸਾਜ਼ਿਸ਼ਾਂ ਨਹੀਂ ਹਟਦਾ, ਮਾਰਨ ਵਾਸਤੇ ਇੱਥੇ ਭੇਜ ਦਿੱਤੇ ਜਿਹਨੇ, ਤੇ ਉੱਥੇ ਭਲਾ ਕੀ ਘੱਟ ਗੁਜ਼ਾਰੇਗਾ। ਅੰਮ੍ਰਿਤਸਰ ਸਾਹਿਬ ਜਾ ਕੇ ਕੀ ਕਰਾਂਗੇ, ਪ੍ਰਿਥੀ ਚੰਦ ਉੱਥੇ ਰਹਿੰਦਾ ਹੈ। ਨਹਿ ਦੇਖ ਸਕੈ ਪਰ ਕੀ ਵਡਿਆਈ। ਤੇ ਤੁਸੀਂ ਜਾਣਦੇ ਹੀ ਹੋ ਗੰਗਾ ਵੀ ਪ੍ਰਿਥੀ ਚੰਦ ਸਾਡੀ ਜਾਂ ਕਿਸੇ ਹੋਰ ਦੀ ਵਡਿਆਈ ਵੇਖ ਕੇ ਜਰ ਨਹੀਂ ਸਕਦਾ, ਸੜ ਬਲ ਕੇ ਸੁਆਹ ਹੋ ਜਾਂਦਾ ਹੈ, ਈਰਖਾ ਕਰਦਾ ਹੈ। ਬਾਹਰ ਪ੍ਰੇਮ ਕਰੇ ਹਿਤ ਭਾਖਤ। ਤੇ ਇਸ ਤਰ੍ਹਾਂ ਉਹ ਵੇਖਣ ਨੂੰ ਲੱਗਦਾ ਹੈ ਮਿੱਠਾ, ਬਾਹਰੋਂ ਪ੍ਰੇਮ ਕਰਦਾ ਹੈ, ਭਰਾਤਾ ਕਰਦਾ ਹੈ, ਪਰ ਅੰਦਰੋਂ ਬਹੁਤ ਖੋਟ ਰੱਖਣ ਵਾਲਾ ਹੈ। ਰਾਖਤ ਭੁਖੋਟ ਹਿਰਦੈ ਦੁਸ਼ਟਾਈ। ਉਹ ਬੜਾ ਦੁਸ਼ਟ ਜਿਹੜਾ ਵਾ ਜੀ ਹਿਰਦੇ ਵਾਲਾ ਹੈ, ਬਾਹਰੋਂ ਮਿੱਠਾ ਹੈ ਤੇ ਮਨ ਵਿੱਚ ਬੜਾ ਕੋੜ ਰੱਖਦਾ ਹੈ। ਫਿਰਤ ਹੀ ਹਮ ਕੋ ਦੁਖ ਪਾਵਤ। ਤੇ ਜੇ ਅਸੀਂ ਅੰਮ੍ਰਿਤਸਰ ਸਾਹਿਬ ਚਲੇ ਗਏ ਤੇ ਸਾਨੂੰ ਉੱਥੇ ਗਿਆ ਵੇਖ ਕੇ ਹੀ ਇਹਨੂੰ ਸਣ ਕੱਪੜੀ ਅੱਗ ਲੱਗ ਜਾਣੀ ਹੈ, ਸਾਨੂੰ ਵੇਖ ਕੇ ਉਹ ਦੁਖੀ ਹੋ ਜਾਂਦਾ ਹੈ। ਜਾਹਿਤ ਠਨ ਅਨੇਕ ਉਪਾਈ। ਤੇ ਵੇਖ ਲਓ ਵੀ ਸਾਨੂੰ, ਤੁਸੀਂ ਵੇਖਿਆ ਹੀ ਆ ਵੀ ਉਹ ਕਿੰਨੇ ਉਪਾਅ ਕਰਦਾ, ਇੱਥੇ ਵੀ ਮਾਰਨ ਦੀ ਕੋਸ਼ਿਸ਼ ਕਰਦਾ, ਜ਼ਹਿਰ ਦੇ ਕੇ ਦਾਈ ਭੇਜਦਾ, ਕਦੇ ਸੱਪ ਛਡਵਾਉਂਦਾ, ਤੇ ਇਸ ਤਰ੍ਹਾਂ ਤੁਹਾਨੂੰ ਚੰਗੀ ਤਰ੍ਹਾਂ ਉਸ ਦਾ ਸਭ ਪਤਾ ਹੈ। ਜਾਂ ਤੇ ਰਹੋ ਤਿਸ ਤੇ ਹੋਏ ਦੂਰ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਪ੍ਰਿਥੀ ਚੰਦ ਤੋਂ ਤੇ ਬੀਬੀ ਕਰਮੋਂ ਤੋਂ ਦੂਰ ਹੀ ਹੋਏ ਰਹੀਏ ਤੇ ਇਹਦੇ ਵਿੱਚ ਭਲਾ ਹੈ। ਭਲੀ ਨਾ ਸ਼ਰੀਕਣ ਕੀ ਕੁੱਟ ਲਾਈ। ਕਿਉਂਕਿ ਸ਼ਰੀਕਾਂ ਦੀ ਖੁਟਿਆਈ ਚੰਗੀ ਨਹੀਂ ਕਰਦੀ ਹੁੰਦੀ, ਚੰਗੀ ਨਹੀਂ ਤੋੜ ਨਿਭਦੀ ਹੁੰਦੀ। ਜਾਂ ਸ਼ਰੀਕ ਖੋਟਾ ਹੋਵੇ ਤੇ ਉੱਥੇ ਭੈ ਹੀ ਹੁੰਦਾ, ਤੇ ਕਿਹੜੀ ਗੱਲੋਂ ਆਪਾਂ ਜਾਣਾ ਅੰਮ੍ਰਿਤਸਰ ਸਾਹਿਬ, ਉੱਥੇ ਐਵੇਂ ਝਗੜਾ ਕਰੇਗਾ, ਕਲੇਸ਼ ਪਾਵੇਗਾ। ਇਸ ਕਰਕੇ ਇੱਥੇ ਹੀ ਚੰਗੇ ਆ ਟਿਕੇ ਰਹੀਏ ਤਾਂ। ਜਾਂ ਕਹਿ ਸ਼੍ਰੀ ਗੁਰ ਤੂਸ਼ਣ ਕੀਨ। ਇਸ ਤਰ੍ਹਾਂ ਕਹਿ ਕੇ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਚੁੱਪ ਹੋ ਗਏ ਆ। ਵਿਚਾਰਤ ਨਰ ਸੁਭਾਵ ਸਤਰਾਸਾ। ਤੇ ਮਹਾਰਾਜ ਜਾਣਦੇ ਆ ਵੀ ਜਿਹੜੀਆਂ ਮਾਈਆਂ ਹੁੰਦੀਆਂ ਇਹਨਾਂ ਦਾ ਸੁਭਾਅ ਹੀ ਹੁੰਦਾ ਵੀ ਥੋੜੀ ਬਹੁਤੀ ਗੱਲ ਵੇਖ ਕੇ ਭੈ ਮੰਨ ਜਾਂਦੀਆਂ, ਤੇ ਡਰਨ ਦਾ ਸੁਭਾਅ ਹੁੰਦਾ ਇਸਤਰੀਆਂ ਦਾ। ਸੋਚਤ ਹੈ ਸੁਤ ਧਾਰ ਸਨੇਹਕ। ਤੇ ਬਾਕੀ ਮਾਤਾ ਗੰਗਾ ਇਹ ਬਾਬਤ ਮਹਾਰਾਜ ਵਿਚਾਰਦੇ ਵੀ ਇਸਤਰੀਆਂ ਦਾ ਸੁਭਾਅ ਹੀ ਆ, ਭੈ ਰੱਖਦੀਆਂ ਮਨ ਵਿੱਚ। ਬਾਕੀ ਜਿਹੜੀ ਇੰਨੀ ਚਿੰਤਾ ਹੈ ਗੰਗਾ ਨੂੰ, ਉਹ ਸਿਰਫ ਇਸ ਕਰਕੇ ਹੈ ਵੀ ਪੁੱਤਰ ਦਾ ਮੋਹ ਕਰਦੇ ਹੈ,
ਤੇ ਪੁੱਤਰ ਦੇ ਕੁਝ ਹੋ ਨਾ ਜਾਣ ਤੋਂ ਡਰ ਮੰਨਦੇ ਹਨ। ਜਾਣਤ ਹੈ ਨਾ ਇਹ ਹੈ ਬਾਲ ਰਾਸਾ। ਤੇ ਪਰ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਸੀਂ ਜਾਣਦੇ ਆ, ਇਹ ਨਹੀਂ ਜਾਣਦੇ ਵੀ ਇਹ ਕੌਣ ਨੇ। ਅਸੀਂ ਜਾਣਦੇ ਹਾਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਆਪ ਬਲ ਦੀ ਪੂੰਜੀ ਹੈ, ਬਲ ਦਾ ਖਜ਼ਾਨਾ, ਤਾਕਤ ਦਾ ਮੁਜੱਸਮਾ ਹੈ। ਧੀਰਜ ਛੋਰ ਡਰਾ ਕੋਲ ਬੋਲਤ। ਤੇ ਧੀਰਜ ਜਿਹਾ ਛੱਡ ਕੇ ਤੇ ਡਰਿਆਂ ਵਾਂਗੂ ਮਾਤਾ ਗੰਗਾ ਜੀ ਬੋਲਦੇ ਹਨ। ਬਾਕੋ ਸੁਨੇ ਆਸ ਹੋਤ ਉਦਾਸਾ। ਤੇ ਬਚਨ ਸੁਣ ਕੇ ਸਤਿਗੁਰਾਂ ਦੇ ਤੇ ਮਾਤਾ ਗੰਗਾ ਜੀ ਹੋਰ ਉਦਾਸ ਹੋ ਗਏ ਆ, ਚਾਹਤ ਹੈ ਪੁਰ ਮੈਂ ਬਸ ਬੇ। ਕਿਉਂਕਿ ਮਾਤਾ ਗੰਗਾ ਜੀ ਚਾਹੁੰਦੇ ਆ ਵੀ ਹੁਣ ਵਡਾਲੀ ਛੱਡ ਕੇ ਤੇ ਅਸੀਂ ਅੰਮ੍ਰਿਤਸਰ ਸਾਹਿਬ ਚਲੇ ਜਾਈਏ। ਪਾਸ ਸ਼ਰੀਕਣ ਕੇਰ ਆਵਾਸਾ। ਤੇ ਸ਼ਰੀਕਾਂ ਦੇ ਘਰ ਦੇ ਕੋਲ ਉੱਥੇ ਸਾਡਾ ਆਵਾਸ, ਜਿੱਥੇ ਘਰ ਹੈ ਉੱਥੇ ਹੀ ਅਸੀਂ ਜਾ ਕੇ ਪਹਿਲੇ ਪੁਰਾਣੇ ਜਿੱਥੇ ਹੁਣ ਗੁਰੂ ਕੇ ਮਹਿਲ ਹੈ ਇਹ ਛੱਡ ਕੇ ਗਏ ਸੀ ਮਹਾਰਾਜ। ਤੇ ਮਾਤਾ ਗੰਗਾ ਜੀ ਵਿਚਾਰਦੇ ਆ ਵੀ ਅਸੀਂ ਫੇਰ ਅੰਮ੍ਰਿਤਸਰ ਸਾਹਿਬ ਆਪਣੇ ਪੁਰਾਣੇ ਘਰ ਵਿੱਚ ਜਾ ਵਾਸਾ ਕਰ ਲਈਏ। ਜਿਉ ਚਿਤ ਮੈਂ ਚਿਤਵੰਤ ਦਇਆ ਨਿਧ। ਤੇ ਗੁਰੂ ਅਰਜਨ ਦੇਵ ਮਹਾਰਾਜ ਜਾਣ ਗਏ ਆ ਵੀ ਮਾਤਾ ਗੰਗਾ ਜੀ ਹੁਣ ਅੰਮ੍ਰਿਤਸਰ ਸਾਹਿਬ ਵਾਸਾ ਚਾਹੁੰਦੇ ਹੈ, ਇੱਥੋਂ ਥੋੜੇ ਡਰੇ ਹੋਏ ਆ। ਗਰੀਬ ਨਵਾਜ ਸਾਰੀ ਗੱਲ ਜਾਣ ਬੁੱਝ ਕਰਕੇ ਹੇਤ ਪ੍ਰਸੰਨ ਕੇ ਬੈਨ ਕਹੇ। ਤੇ ਮਾਤਾ ਗੰਗਾ ਨੂੰ ਖੁਸ਼ ਹੋ ਕੇ ਮਹਾਰਾਜ ਜੀ ਮਾਤਾ ਗੰਗਾ ਜੀ ਦੀ ਖੁਸ਼ੀ ਵਾਸਤੇ ਸੱਚੇ ਪਾਤਸ਼ਾਹ ਜੀਆਂ ਬਚਨ ਕੀਤੇ ਆ। ਬਾਸੁਰ ਕੇ ਤੇਕ ਬਾਸ ਕਰੋ। ਆਖਿਆ ਹੈ ਗੰਗਾ ਤੁਸੀਂ ਧੀਰਜ ਰੱਖੋ ਤੇ ਕੁਝ ਕੁ ਦਿਨ ਫਿਰ ਇੱਥੇ ਵਸ ਲੈਨੇ ਆ, ਇੱਥੇ ਰਹਿ ਲਿਓ ਵਡਾਲੀ ਵਿੱਚ। ਫਿਰ ਕਰਾਂ ਚਿਤ ਤੋਰ ਚਾਹੇ। ਤੇ ਫਿਰ ਜਿਵੇਂ ਤੁਹਾਡਾ ਚਿੱਤ ਕਰਦਾ ਫਿਰ ਕੋਈ ਗੱਲ ਨਹੀਂ, ਆਪਾਂ ਅੰਮ੍ਰਿਤਸਰ ਸਾਹਿਬ ਤੁਹਾਨੂੰ ਸਭ ਪਰਿਵਾਰ ਸਮੇਤ ਲੈ ਚੱਲਾਂਗੇ, ਉੱਥੇ ਰਹਿ ਲਵਾਂਗੇ। ਬਾਲਕ ਕੋ ਪ੍ਰਤਪਾਲ ਕਰੋ। ਤੇ ਹੁਣ ਉਹਨਾਂ ਸਮਾਂ ਇੱਥੇ ਧਿਆਨ ਦੇ ਨਾਲ ਹਰਗੋਬਿੰਦ ਸਾਹਿਬ ਨੂੰ ਚੰਗੀ ਤਰ੍ਹਾਂ ਖਵਾਓ ਪਿਆਓ, ਇਹਦੀ ਪਾਲਣ ਪੋਸ਼ਣ ਕਰੋ। ਨਿਤ ਹੋਏ ਵਿਸ਼ਾਲ ਆਨੰਦ ਲਹੇ। ਤੇ ਕੋਈ ਨਾ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਪੁੱਤਰ ਨੇ ਗੱਭਰੂ ਹੋ ਜਾਣਾ ਤੇ ਭਾਰੀ ਤੁਹਾਨੂੰ ਆਨੰਦ ਦੇਵੇਗਾ। ਪਾਲੋ ਪੋਸ਼ੋ, ਇਹਦੇ ਤੋਂ ਆਨੰਦ ਪ੍ਰਾਪਤ ਕਰੋ, ਹੱਸੋ ਖੇਡੋ। ਗੰਗ ਨੇ ਸ਼੍ਰੋਣ ਸੁਨੀ ਹਰ ਕੀ ਔਰ। ਤੇ ਜਦੋਂ ਮਾਤਾ ਗੰਗਾ ਜੀ ਨੇ ਸੁਣਿਆ ਵੀ ਮਹਾਰਾਜ ਮੰਨ ਗਏ ਅੰਮ੍ਰਿਤਸਰ ਸਾਹਿਬ ਵਾਪਸ ਜਾਣ ਨੂੰ ਤੇ ਬੜੇ ਖੁਸ਼ ਹੋਏ ਆ। ਛੋੜ ਹੈ ਗ੍ਰਾਮ ਕੋ ਬਾਸ ਇਹ। ਤੇ ਮਨ ਵਿੱਚ ਵਿਚਾਰ ਆ ਵੀ ਹੁਣ ਥੋੜੇ ਸਮੇਂ ਵਿੱਚ ਮਹਾਰਾਜ ਚਲੇ ਜਾਣਗੇ ਸਾਡੇ ਨਾਲ ਅੰਮ੍ਰਿਤਸਰ ਸਾਹਿਬ ਤੇ ਇਹ ਸਾਰਾ ਵਡਾਲੀ ਦਾ ਵਾਸਾ ਛੱਡ ਦੇਵਾਂਗੇ। ਜਾਬਿਦ ਬੋਲਤ ਬੁਝਤ ਕੋ। ਫਿਰ ਪੁੱਛਣ ਵਾਸਤੇ ਧੰਨ ਮਾਤਾ ਜੀ ਫਿਰ ਬੋਲੇ ਹਨ। ਨਿਸ ਜਾਮ ਗਈ ਕਰ ਖਾਨ ਆਹਾਰਾ। ਤੋ ਯਾਬਿਦ ਬੋਲਤ ਬੂਝਤ ਕੋ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਧੰਨ ਮਾਤਾ ਗੰਗਾ ਜੀ ਆਪਸ ਵਿੱਚ ਬਚਨ ਵਿਲਾਸ ਕਰਦਿਆਂ ਕਰਦਿਆਂ ਉਹ ਪਹਿਰ ਕੁ ਰਾਤ ਜਿਵੇਂ ਲੰਘ ਗਈ ਆ, ਰਾਹ ਹਨੇਰਾ ਜਿਹਾ ਹੋ ਗਿਆ ਤੇ ਧੰਨ ਮਾਤਾ ਗੰਗਾ ਜੀ ਪ੍ਰਸ਼ਾਦਾ ਪਾਣੀ ਤਿਆਰ ਕਰਨ ਨੂੰ ਚਲੇ ਗਏ ਆ। ਨਿਸ ਗਾਮ ਗਈ ਕਰ ਖਾਨ ਆਹਾਰਾ। ਜਦੋਂ ਨਿਸ ਰਾਤ ਜਾਮ ਇੱਕ ਪੈਰ ਲੰਘ ਗਈ ਤੇ ਫਿਰ ਮਾਤਾ ਜੀ ਆਹਾਰ ਤਿਆਰ ਕਰਨ ਲੱਗੇ ਆ, ਰਾਤ ਦਾ ਪ੍ਰਸ਼ਾਦੇ ਦਾ ਪ੍ਰਬੰਧ ਕਰਨ ਲੱਗੇ ਆ। ਫਿਰ ਜਥਾ ਸੁਖ ਸੁਪਤੇ। ਪ੍ਰਸ਼ਾਦਾ ਪਾਣੀ ਛਕਿਆ ਗੁਰੂ ਅਰਜਨ ਦੇਵ ਧੰਨ ਮਾਤਾ ਗੰਗਾ ਜੀਆਂ ਪਰਿਵਾਰ ਵਿੱਚ ਬੈਠਿਆਂ ਤੇ ਫਿਰ ਆਨੰਦ ਦੇ ਨਾਲ ਯਥਾ ਸੁਖ ਦੇ ਨਾਲ ਸੁੱਤੇ ਬਿਰਾਜਮਾਨ ਹੋਏ ਆ। ਉਠ ਪ੍ਰਾਤ ਸਮੇਂ ਜਾਲ ਮੱਜਨ ਧਾਰਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੱਡੇ ਤੜਕੇ ਸਵਾ ਪਹਿਰ ਰਾਤ ਰਹਿੰਦਿਆਂ ਜਾਗ ਕੇ ਇਸ਼ਨਾਨ ਕੀਤਾ ਹੈ। ਤਾਤ ਕੋ ਲਾਲਤ ਹੈ ਪ੍ਰਤਪਾਲਤ। ਇਧਰ ਧੰਨ ਮਾਤਾ ਗੰਗਾ ਜੀਆਂ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਤੇ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਬਹੁਤ ਲਾਡ ਤੇ ਪ੍ਰੇਮ ਨਾਲ ਮਾਤਾ ਜੀ ਪਾਲਦੇ ਹਨ। ਭੂਖਣ ਕਾਲਤ ਸ਼ੌਕ ਉਦਾਰਾ। ਤੇ ਬੜੇ ਸੋਹਣੇ ਗਹਿਣੇ ਪਹਿਨਾਉਂਦੇ ਐ, ਸ਼ੌਂਕ ਉਦਾਰਾ, ਬੜੇ ਡਾਢਾ ਸ਼ੌਂਕ ਹੈ ਮਾਤਾ ਗੰਗਾ ਨੂੰ ਪੁੱਤਰ ਦੇ ਪਾਲਣ ਦਾ। ਸੁੰਦਰ ਤੀਰ ਸਰੀਰ ਬਿਖੈ। ਤੇ ਸੋਹਣੇ ਸੋਹਣੇ ਵੰਨ ਸਵੰਨੇ ਮਹਿੰਗੇ ਕੱਪੜੇ ਹਰਗੋਬਿੰਦ ਸਾਹਿਬ ਦੇ ਤਨ ਤੇ ਪਹਿਨਾਉਂਦੇ ਆ। ਪਹਿਰਾਵਤ ਹੀ ਹਰ ਖਾਵਤ ਭਾਰਾ। ਤੇ ਪੁੱਤਰ ਨੂੰ ਫੱਬਿਆ ਵੇਖ ਕੇ ਮਾਤਾ ਗੰਗਾ ਜੀ ਸਦਕੇ ਜਾਂਦੇ ਐ, ਬੜੀ ਖੁਸ਼ੀ ਮਿਲਦੀ, ਠੰਡ ਪੈਂਦੀ ਹੈ। ਦਾਸਨ ਪੈ ਨਾ ਪਰੋਸ ਤਰੈ। ਤੇ ਹੁਣ ਮਾਤਾ ਗੰਗਾ ਜੀ ਨਾ ਘਰ ਵਿੱਚ ਜਿਹੜੇ ਦਾਸ ਦਾਸੀਆਂ ਰਹਿੰਦੇ ਆ, ਕੁਝ ਕੰਮ ਕਰਨ ਵਾਲੇ ਸੇਵਾ ਵਾਲੇ,
ਤੇ ਮਾਤਾ ਗੰਗਾ ਜੀ ਹੁਣ ਉਹਨਾਂ ਤੇ ਵੀ ਭਰੋਸਾ ਨਹੀਂ ਕਰਦੇ ਆ। ਆਠ ਆਠ ਜਾਮ ਰਖੈ ਨਿਜ ਨੈਣ ਅਗਾਰੀ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਅਠੇ ਪਹਿਰ ਹੀ ਆਪਦੇ ਅੱਖਾਂ ਦੇ ਅੱਗੇ ਰੱਖਦੇ ਹਨ। ਸੋਬਤ ਹਾਥ ਲਗਾਏ ਕੈ ਨੰਦਨ। ਤੇ ਇੰਨਾ ਮਾਤਾ ਗੰਗਾ ਜੀ ਹੁਣ ਜਿਹੜੇ ਵਿੱਚ ਚਿੰਤਾ ਵਿੱਚ ਰਹਿੰਦੇ ਆ, ਜਦੋਂ ਸੌਂਦੇ ਆ ਨਾ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਾਲ ਪਾਉਂਦੇ ਆ ਤੇ ਇੱਕ ਹੱਥ ਜਿਹੜਾ ਨਾ ਉਹ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਪਰ ਛਾਤੀ ਤੇ ਰੱਖ ਲੈਂਦੇ ਆ। ਔਚਕ ਜਾਗ ਉਠੇ ਡਰ ਧਾਰੀ। ਤੇ ਕਈ ਵਾਰ ਅਚਾਨਕ ਹੀ ਜਾਗ ਜੀ ਖੁੱਲ ਜਾਵੇ ਅੱਖ ਤੇ ਬੜਾ ਮਨ ਵਿੱਚ ਡਰ ਜਿਹਾ ਕਰਦੇ, ਆਸੇ ਪਾਸੇ ਵੇਖਦੇ ਵੀ ਕਿਤੇ ਫਿਰ ਨਾ ਕੋਈ ਆਇਆ ਹੋਏ। ਨੀਤ ਸਨੇਹ ਅਛੇਵ ਨਵ ਹੋਏ। ਤੇ ਇਸ ਤਰ੍ਹਾਂ ਕਰਦੇ ਆ ਨਿਤਾ ਪ੍ਰਤੀ ਨੀਤ ਸਨੇਹ ਅਛੇਹ ਨਵੋ ਹੋਏ। ਨਿਤਾ ਪ੍ਰਤੀ ਮਾਤਾ ਗੰਗਾ ਜੀ ਦੇ ਹਿਰਦੇ ਵਿੱਚ ਸਤਿਗੁਰਾਂ ਦੇ ਪਰਥਾਏ ਨਵੇਂ ਤੋਂ ਨਵਾਂ ਪ੍ਰੇਮ ਉੱਠਦਾ ਹੈ। ਢੀਲ ਵਿਸ਼ਾਲ ਬ੍ਰਧੈ ਬਲ ਭਾਰੀ। ਇਧਰ ਹਰਗੋਬਿੰਦ ਸਾਹਿਬ ਮਹਾਰਾਜ ਦਿਨ ਬਰ ਦਿਨ ਬੜੇ ਵੱਧਦੇ ਜਾਂਦੇ ਆ, ਚੰਗਾ ਸਰੀਰ ਵੱਧ ਫੁੱਲ ਰਿਹਾ ਤੇ ਡੀਲ ਡੌਲ ਬੜਾ ਸਰੀਰ ਹੋ ਰਿਹਾ ਹੈ। ਸੁੰਦਰ ਸੂਰਤ ਸ਼ੋਭਤ ਹੈ। ਸਤਿਗੁਰਾਂ ਦੀ ਸੋਹਣੀ ਸੂਰਤ ਬੜੀ ਸ਼ੋਭਾ ਪਾਉਂਦੀ ਹੈ। ਨਿਜ ਕੋਛਰ ਲੈ ਕਰ ਹਵੈ ਬਲਿਹਾਰੀ। ਮਾਤਾ ਗੰਗਾ ਜੀ ਕੁਛੜ ਚੁੱਕ ਕੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੇ ਬਲਿਹਾਰੀ ਜਾਂਦੇ ਆ, ਖੁਸ਼ ਹੁੰਦੇ ਸਦਕੇ ਜਾਂਦੇ ਆ। ਕੇਤਿਕ ਦਇਓ ਸਭ ਤੀਤ ਗਏ ਜਬ। ਕਵੀ ਜੀ ਕਹਿੰਦੇ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਤੇ ਪਾਲਦਿਆਂ ਪੋਸਦਿਆਂ ਧੰਨ ਮਾਤਾ ਗੰਗਾ ਜੀ ਕੁਝ ਕੁ ਦਿਨ ਜਦੋਂ ਬਤੀਤ ਕੀਤੇ ਹਨ। ਏਕ ਨਿਸ਼ਾ ਪਰ ਕੈ ਸਭ ਸੋਏ। ਤੇ ਇੱਕ ਰਾਤ ਦੀ ਗੱਲ ਹੈ, ਕਵੀ ਜੀ ਕਹਿੰਦੇ ਸਾਰੇ ਸੁੱਤੇ ਹੋਏ ਸੀ, ਦਾਸ ਦਾਸੀਆਂ ਸਤਿਗੁਰੂ ਵੀ ਬਿਰਾਜੇ ਹੋਏ ਸਨ ਤੇ ਮਾਤਾ ਗੰਗਾ ਜੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਾਲ ਲੈ ਕੇ ਬਿਰਾਜੇ ਹੋਏ ਆ। ਦੇਵ ਮਿਲੇ ਸਮੁਦਾਇ ਤਬੈ। ਤੇ ਜਿੰਨੇ ਦੇਵੀ ਦੇਵਤੇ ਆ ਨਾ ਸਾਰੇ ਰਲ ਮਿਲ ਕਰਕੇ ਸਭ ਆਵਨ ਕੀਨ ਪ੍ਰਮੋਦ ਹੋਏ। ਤੇ ਬੜੇ ਖੁਸ਼ ਹੋ ਕੇ ਸਹਿਤ ਆਨੰਦ ਦੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਏ ਆ। ਸ਼੍ਰੀ ਹਰਗੋਬਿੰਦ ਜਾਨ ਤਿਨੋ ਕਹਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਣ ਗਏ ਆ ਵੀ ਸਾਡੇ ਦਰਸ਼ਨ ਕਰਨ ਵਾਸਤੇ ਦੇਵ ਲੋਕ ਤੋਂ ਦੇਵੀ ਦੇਵਤੇ ਪਹੁੰਚੇ ਹਨ। ਛੋਰ ਪ੍ਰਿਅੰਕ ਉੱਠੇ ਸਭ ਜੋਏ। ਤੇ ਹੌਲੀ ਜੀ ਬਚਾ ਕੇ ਧੰਨ ਮਾਤਾ ਗੰਗਾ ਜੀ ਦੇ ਨਾਲੋਂ ਉੱਠ ਕੇ ਤੇ ਬਾਹਰ ਵਿਹੜੇ ਵਿੱਚ ਆ ਖੜੇ ਹੋਏ ਆ। ਦਵੈ ਕਰ ਬੰਦ ਕਰੈ ਅਭਿਬੰਦਨ। ਜਿੰਨੇ ਦੇਵੀ ਦੇਵਤੇ ਐ ਦੋਵੇਂ ਹੱਥ ਜੋੜ ਜੋੜ ਕੇ, ਕਿਉਂ ਵਡਾਲੀ ਜਿੱਥੇ ਮਹਾਰਾਜ ਦਾ ਘਰ ਹੈ ਤੇ ਸੱਚੇ ਪਾਤਸ਼ਾਹ ਹਜੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣ ਗਏ ਵੀ ਸਾਡੇ ਦਰਸ਼ਨਾਂ ਨੂੰ ਆਏ ਐ। ਬਾਹਰ ਵਿਹੜੇ 'ਚ ਜਾ ਖੜੇ ਹੋਏ ਅੱਧੀ ਰਾਤ ਤੇ ਜਿੰਨੇ ਦੇਵੀ ਦੇਵਤਿਆਂ ਦੇ ਨਾਲ ਸਾਰਾ ਵਿਹੜਾ ਵਡਾਲੀ ਸਾਹਿਬ ਦੇ ਉਹ ਘਰ ਵਾਲਾ ਭਰਿਆ ਹੋਇਆ। ਵੰਨ ਸਵੰਨੇ ਬਸਤਰ ਦਗ ਦਗ ਕਰਦੇ ਦੇਵੀ ਦੇਵਤਿਆਂ ਦੇ ਚਿਹਰੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਪਹੁੰਚੇ। ਸਤਿਗੁਰਾਂ ਨੂੰ ਬਾਹਰ ਨਿਕਲਿਆਂ ਵੇਖ ਕੇ, ਵਿਹੜੇ ਵਿੱਚ ਆਇਆਂ ਵੇਖ ਕੇ ਹੱਥ ਜੋੜ ਕੇ ਸਭ ਨੇ ਮੱਥੇ ਟੇਕੇ ਆ। ਦੁਖ ਨਿਕੰਦਨ ਤੀਰ ਖਰੋਏ। ਤੇ ਹਰਗੋਬਿੰਦ ਸਾਹਿਬ ਜਿਹੜੇ ਦੁੱਖਾਂ ਨੂੰ ਕੱਟਣ ਵਾਲੇ ਆ ਉਹਨਾਂ ਦੇ ਕੋਲ ਹੋ ਕੇ ਖੜ ਗਏ ਹਨ। ਨਾਰਦ ਸਾਰਦ ਪਾਰਦ ਸ਼ੈਤਾਨ। ਕੌਣ ਕੌਣ ਆਏ ਆ? ਕਹਿੰਦੇ ਬ੍ਰਹਮਾ ਦਾ ਪੁੱਤਰ ਨਾਰਦ ਮੁਨੀ ਆਇਆ, ਸਾਰਦ ਨਾਮ ਸਾਰਦਾ ਦਾ ਸਰਸਵਤੀ ਆਈ ਹੈ, ਜਿਨ੍ਹਾਂ ਦੇ ਸਫੈਦ ਚਿੱਟੇ ਦੁੱਧ ਵਾਂਗੂ ਜਿਹੜੇ ਸਫੈਦ ਸਰੀਰ ਵਾਲੇ ਸਭ ਦੇਵੀ ਦੇਵਤੇ। ਸ਼੍ਰੀ ਬ੍ਰਹਮਾ ਮਗਵਾ ਜੋਤ ਆਏ। ਤੇ ਪਾਰੇ ਵਾਂਗੂ ਜਿਨ੍ਹਾਂ ਦੇ ਚਿੱਟੇ ਸਰੀਰ ਹੈ, ਬ੍ਰਹਮਾ ਆਪ ਆਇਆ। ਮਗਵਾ ਨਾਮ ਖਾਲਸਾ ਜੀ ਇੰਦਰ ਦਾ ਹੈ। ਇੰਦਰ ਵੀ ਮਹਾਰਾਜ ਦੇ ਦਰਸ਼ਨਾਂ ਨੂੰ ਬ੍ਰਹਮਾ ਸਮੇਤ ਇੰਦਰ ਦੇ ਪਹੁੰਚਿਆ ਹੈ। ਆਠ ਬਸੂ ਆਰ ਰੁਦਰ ਇਕਾਦਸ਼। ਤੇ 8 ਜਿਹੜੇ ਦਿਗਪਾਲ ਮੰਨੇ ਆ ਧਰਤੀ ਦੇ 8 ਕੋਨਿਆਂ ਤੇ, ਉਹ ਦਿਸ਼ਾਪਲ 8 11 ਰੁਦਰ ਮੰਨੇ ਆ, ਉਹ ਵੀ ਪਹੁੰਚੇ ਹਨ। ਪਾਵਕ ਅਗਰ ਮਿਲੇ ਸਮੁਦਾਏ। ਤੇ ਪਾਵਕ ਅੱਗ ਵਰਗੇ ਦੇਵਤੇ ਵੀ ਅੱਗੇ, ਅਗਨ ਦੇਵਤਾ ਅੱਗੇ ਹੋ ਕੇ ਮਿਲਦਾ ਹੈ। ਔਰ ਕਹਾਂ ਤਿਨ ਕੀ ਗਿਣਤੀ। ਤੋ ਕਵੀ ਜੀ ਕਹਿੰਦੇ ਆਏ ਸਾਰੇ ਬੜੇ ਦੇਵੀ ਦੇਵਤੇ ਪ੍ਰਤਾਪੀ, ਜਿਨ੍ਹਾਂ ਦੀ ਗਿਣਤੀ ਹੁਣ ਕੀ ਕਰਕੇ ਦਸੀਏ ਜੀ। ਹੋਏ ਦੇਖਣ ਕੋ ਅਵਤਾਰ ਸੁਹਾਏ। ਤੇ ਦੇਖਣ ਵਾਸਤੇ ਆਏ ਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਂ ਪਰਮੇਸ਼ਰ ਦਾ ਹੁਣ 6ਵਾਂ ਅਵਤਾਰ ਕਿਹੋ ਜਿਹਾ ਲੱਗਦਾ। ਬਾਲਕ ਰੂਪ ਦੇ ਦਰਸ਼ਨ ਕਰਨ ਵਾਸਤੇ ਪਰਮੇਸ਼ਰ ਦੇ ਦੇਵੀ ਦੇਵਤੇ ਸਭ ਆਏ ਹਨ। 64 ਜੋਗਣ ਵੀਰ ਬਵੰਜਨ। 64 ਜੋਗਣੀਆਂ ਆਈਆਂ,
52 ਵੀਰ ਆ, ਹਨੂਮਾਨ ਤੇ ਨਰਸਿੰਘ ਆਦਿਕ ਸਭ ਵੀਰ ਵੀ ਆਏ ਆ। ਦੁਵੈ ਕਾਰ ਜੋਰਤ ਸੀਸ ਨਿਭਾਏ। ਜਿਨ੍ਹਾਂ ਦੇਵੀ ਦੇਵਤੇ 52 ਵੀਰ 64 ਜੋਗਣੀਆਂ ਸਭ ਹੱਥ ਜੋੜ ਜੋੜ ਕੇ ਤੇ ਸਤਿਗੁਰਾਂ ਨੂੰ ਸੀਸ ਨਵਾ ਰਹੇ ਹਨ। ਨਾਸ਼ਣ ਕੋ ਤੁਰ ਕਾਨ ਸਮੂਹ। ਤੇ ਧੰਨ ਇਉਂ ਉਚਾਰਦੇ ਆ ਕਿ ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਸੀਂ ਪਾਪੀ ਤੁਰਕਾਂ ਦਾ ਜਿਹੜਾ ਜ਼ੁਲਮ ਰਾਜ ਹੈ ਉਹਨਾਂ ਨੂੰ ਨਾਸ਼ ਕਰਨ ਵਾਲੇ ਹੋ। ਸਰੀਰ ਧਰਿਓ ਤੁਮ ਅੰਤਰ ਜਾਮੀ। ਹੇ ਅੰਤਰਜਾਮੀ ਪਰਮੇਸ਼ਰ, ਤੁਸਾਂ ਨੇ ਪਾਪ ਦਾ ਨਾਸ਼ ਕਰਨ ਵਾਸਤੇ ਅਵਤਾਰ ਧਾਰਿਆ ਹੈ। ਸੇਵਕ ਸੰਤਨ ਕੋ ਪ੍ਰਤਪਾਰਨ। ਤੇ ਸੰਤਾਂ ਸੇਵਕਾਂ ਦੀ ਪ੍ਰਤਪਾਲਣਾ ਕਰਨ ਵਾਸਤੇ, ਰੱਖਿਆ ਕਰਨ ਵਾਸਤੇ। ਜੋ ਸਤ ਨਾਮ ਜਪੈ ਨਿਤ ਸੁਆਮੀ। ਉਹਨਾਂ ਦੀ ਰੱਖਿਆ ਕਰ ਦਿਓ ਹੇ ਸੁਆਮੀ, ਜਿਹੜਾ ਤੁਹਾਡਾ ਨਾਮ ਵਾਹਿਗੁਰੂ 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 ਰੋਜ਼ ਜਪਦੇ ਆ। ਸ਼ਲੋਕ ਅਨੇਕ ਉਦਾਹਰਨ ਕੋ। ਸੱਚੇ ਪਾਤਸ਼ਾਹ, ਤੁਸੀਂ ਅਨੇਕਾਂ ਜੀਵਾਂ ਨੂੰ ਉਦਾਹਰਨ ਵਾਸਤੇ। ਚਿਤ ਦੇਨ ਵਿਵੇਕ ਭਏ ਪੱਥਰ ਕਾਮੀ। ਤੁਸੀਂ ਮਹਾਰਾਜ ਚਿੱਤ ਦੇ ਵਿੱਚ ਗਿਆਨ ਦੇਣ ਵਾਸਤੇ, ਗਿਆਨ ਦੀ ਕਾਮੀ ਕਹੀਏ, ਕਾਮਨਾ ਰੱਖਦੇ ਹੋ। ਤੋ ਅਨੇਕਾਂ ਜਿਹੜੇ ਵੈ ਦੁਆਰਾ ਪੜ੍ਹਦਿਆ ਕਰਨ ਜਿੱਥੋਂ ਨਹੀਂ ਪਤਾ ਲੱਗਿਆ। ਦੇਨ ਵਿਵੇਕ ਭਏ ਪਥ ਗਾਮੀ। ਹਾਂ, ਆਪ ਮਹਾਰਾਜ ਸੱਚੇ ਪਾਤਸ਼ਾਹ ਅਨੇਕਾਂ ਸਿੱਖਾਂ ਸੇਵਕਾਂ ਨੂੰ ਵਿਵੇਕ ਦੇਣ ਵਾਲੇ ਹੋ, ਗਿਆਨ ਦੇਣ ਵਾਲੇ ਹੋ, ਜਿਹੜੇ ਗਿਆਨ ਦੇ ਪੰਥ ਦੇ ਗਾਮੀ ਤੁਰਨ ਵਾਲੇ, ਗਿਆਨ ਦੇ ਪੰਥ ਨੂੰ ਗ੍ਰਹਿਣ ਕਰਨ ਵਾਲੇ ਹਨ। ਸੂਰ ਮਹਾਪੁਜ ਪੂਰਨ ਸ਼੍ਰੀ ਗੁਰ। ਮਹਾਰਾਜ ਆਪ ਲੰਮੀਆਂ ਬਾਹਾਂ ਵਾਲੇ ਮਹਾਨ ਸੂਰਮੇ ਹੋ ਤੇ ਗੁਰੂ ਗਰੀਬ ਨਵਾਜ ਹੋ। ਲੰਮੀਆਂ ਬਾਹਾਂ ਵਾਲੇ ਅਜਾਨ ਬਾਹੋ ਪੂਰਨ ਪਰਮੇਸ਼ਰ ਹੋ। ਸ਼ਤਰਨ ਚੂਰਨ ਕੋ ਨਿਤ ਕਾਮੀ। ਤੇ ਤੁਸੀਂ ਕਾਮੀ ਕਾਮਨਾ ਰੱਖਦੇ ਹੋ ਕਿਸ ਗੱਲ ਦੀ? ਵੀ ਦੁਸ਼ਮਣਾਂ ਦੇ ਹੱਡੀਆਂ ਦਾ ਚੂਰਮਾ ਬਣਾਉਣਾ ਹੈ। ਕੀਰਤ ਕੋ ਬਿਸ ਤੀਰਤ ਜਾ ਪਾਦ। ਤੇ ਇਸ ਤਰ੍ਹਾਂ ਮਹਾਰਾਜ ਦੀ ਜਿਹੜੀ ਕੀਰਤੀ ਆ ਨਾ, ਦੇਵੀ ਦੇਵਤੇ ਕਰਦੇ ਆ, ਪ੍ਰਕਾਸ਼ ਕਰ ਰਹੇ ਹਨ। ਪਾਦ ਪੂਜਤ ਚੰਦਨ ਕੋ ਚਰਚਾਏ। ਤੇ ਚੰਦਨ ਖਾਲਸਾ ਦੀ ਪੀ ਪੀ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਧੋ ਰਹੇ, ਚਰਨਾਂ ਤੇ ਮਲਦੇ ਹਨ। ਧੂਪ ਤੋ ਖਾਵਤ ਫੂਲ ਚੜਾਵਤ। ਤੇ ਦੇਵੀ ਦੇਵਤੇ ਮਹਾਰਾਜ ਨੂੰ ਧੂਪ ਦਿੰਦੇ ਆ ਚੰਦਨ ਦੀ, ਉੱਤੇ ਫੁੱਲਾਂ ਦੀ ਵਰਖਾ ਕਰਦੇ ਹਨ। ਔਰ ਸੁਗੰਧਿਨ ਕੋ ਅਰਚਾਏ। ਤੇ ਹੋਰ ਨਾਨਾ ਤਰ੍ਹਾਂ ਦੀਆਂ ਜਿਹੜੀਆਂ ਸੁਗੰਧੀਆਂ ਹਜ਼ੂਰ ਦੇ ਉੱਪਰ ਛਿੜਕ ਰਹੇ ਆ, ਪੂਜਾ ਕਰ ਰਹੇ ਹਨ। ਕੁੰਕਮ ਸੋ ਕਨ ਸਾਰ ਕਸਾਏ। ਤੇ ਕੇਸਰ ਦੇ ਨਾਲ ਚੰਦਨ ਨੂੰ ਮਿਲਾ ਕੇ ਪੀ ਕਰਕੇ ਕਰੈ ਬੇਨਤੀ ਸੁਰ ਹਵੈ ਸਮੁਦਾਏ। ਤੇ ਹਜ਼ੂਰ ਦੇ ਉੱਪਰ ਛਿੜਕਦੇ ਆ। ਤੇ ਦੋਵੇਂ ਹੱਥ ਜੋੜ ਕੇ ਨਾ ਸਾਰੇ ਦੇਵਤੇ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਹਨ। ਜਿਉ ਹੋਏ ਆਏ ਸੁਰਾਵਰ ਕੀ। ਆਖਦੇ ਆ, ਹੇ ਸੱਚੇ ਪਾਤਸ਼ਾਹ, ਦੱਸੋ ਸਾਨੂੰ ਹੁਕਮ ਕਰੋ, ਸਾਡੇ ਵਾਸਤੇ ਆਪ ਦੀ ਕੀ ਆਗਿਆ ਹੈ। ਹਮ ਕਾਜ ਕਰੈ ਤਿਮ ਦਇਓ ਫੁਰਮਾਏ। ਤੁਸੀਂ ਮਹਾਰਾਜ ਮੁਖੋਂ ਬਚਨ ਕਰੋ, ਜਿਹੜਾ ਮੁਖੋਂ ਤੁਸੀਂ ਬਚਨ ਕਰੋਗੇ ਅਸੀਂ ਉਸੇ ਤਰ੍ਹਾਂ ਹੀ ਤੁਹਾਡੀ ਆਗਿਆ ਵਿੱਚ ਹਾਜ਼ਰ ਕਿਰਿਆ ਕਰਾਂਗੇ। 64 ਜੋਗਨ ਕੀਨ ਬਿਨੈ। ਫਿਰ ਜਿਹੜੀਆਂ 64 ਜੋਗਣੀਆਂ ਆਈਆਂ ਸੀ ਖਾਲਸਾ ਜੀ, ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਵੱਡ ਭੂਖ ਹਮੈ ਨਹਿ ਪਾਏ ਆਹਾਰਾ। ਇਹ ਸੱਚੇ ਪਾਤਸ਼ਾਹ, ਵੀ ਕਈ ਇਹ ਕਲਯੁਗ ਵਿੱਚ ਕੋਈ ਅਜੇ ਤੱਕ ਘਮਸਾਣ ਦਾ ਵੱਡਾ ਯੁੱਧ ਨਹੀਂ ਹੋਇਆ ਸੱਚੇ ਪਾਤਸ਼ਾਹ। ਤੇ ਜਿਹੜੀਆਂ ਜੋਗਣੀਆਂ ਖਾਲਸਾ ਜੀ ਸੂਰਮਿਆਂ ਦਾ ਜਿਹੜਾ ਖੂਨ ਪੀਂਦੀਆਂ, ਬੁਜ਼ਦਲ ਦਾ ਭਗੌੜੇ ਦਾ ਖੂਨ ਨਹੀਂ ਪੀਂਦੀਆਂ, ਇਉਂ ਮੰਨਿਆ ਜਾਂਦਾ। ਤੋ 64 ਜੋਗਣੀਆਂ ਕਹਿੰਦੀਆਂ, ਮਹਾਰਾਜ ਕੋਈ ਸੂਰਮਿਆਂ ਦਾ ਤਗੜਾ ਯੁੱਧ ਨਹੀਂ ਹੋਇਆ ਹੁਣ ਧਰਤੀ ਉੱਪਰ ਕਦੇ ਇਸ ਯੁੱਗ ਦੇ ਅੰਦਰ। ਆਪ ਕਰੋ ਕਿਰਪਾ ਮਹਾਰਾਜ, ਨਾ ਯੁੱਧ ਹੋਣ ਦੀ ਸੂਰਤ ਵਿੱਚ ਅਸੀਂ ਬੜੇ ਸਾਲਾਂ ਤੋਂ ਭੁੱਖੀਆਂ ਹਾਂ, ਮਾਸ ਤੇ ਸੂਰਮਿਆਂ ਦਾ ਖੂਨ ਨਹੀਂ ਪੀਤਾ ਹੈ। ਵੀਰ ਬਵੰਜਨ ਬਾਕ ਕਾਹੇ। ਤੇ ਫਿਰ 52 ਵੀਰ ਜਿਹੜੇ ਆ ਉਹਨਾਂ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ। ਹਮ ਚਾਹਤ ਹੈ ਵੱਡ ਯੁੱਧ ਅਖਾਰਾ। ਮਹਾਰਾਜ ਅਸੀਂ ਵੀ ਕੋਈ ਭਾਰੀ ਯੁੱਧ ਵੇਖਣਾ ਚਾਹੁੰਦੇ ਹਾਂ, ਇਸ ਸੰਸਾਰ ਤੇ ਘਮਸਾਣ ਦਾ, ਸੂਰਮਿਆਂ ਦਾ ਭੇੜ ਹੋਇਆ ਵੇਖਣਾ ਚਾਹੁੰਦੇ ਹਾਂ। ਨਾਰਦ ਆਦਿਕ ਪ੍ਰਾਰਥਨਾ ਕਰ। ਆ ਨਾਰਦ ਮੁਨੀ ਅਰਗੇ ਹੋਰ ਬੜੇ ਦੇਵਤੇ ਪ੍ਰਾਰਥਨਾ ਕਰਦੇ ਆ। ਬ੍ਰਿੰਦ ਮਲੇਸ਼ ਬਲੀਨ ਸੰਘਾਰਾ। ਮਹਾਰਾਜ ਜਿਹੜੇ ਬੜੇ ਬਲ ਵਾਲੇ ਪਾਪੀ ਬਣੇ ਫਿਰਦੇ, ਜਾਂ ਜਿਹੜੇ ਪਾਪੀ ਬਹੁਤ ਬਲ ਵਾਲੇ ਹੋ ਗਏ ਆ,
ਆਪ ਕਰੋ ਕਿਰਪਾ ਮਹਾਰਾਜ, ਸਮੁੱਚੇ ਮਲੇਛਾਂ ਦਾ ਨਾਸ਼ ਕਰੋ ਜੀ। ਰਾਵਰ ਕ੍ਰੁੱਧਤ ਯੁੱਧ ਕਰੋ। ਮਹਾਰਾਜ ਸਾਡੀ ਇਹ ਇੱਛਾ ਹੈ, ਬੇਨਤੀ ਕਰਦੇ ਆਂ ਵੀ ਆਪ ਬੜੇ ਵੀਰ ਰਸ ਦੇ ਸਹਿਤ ਭਾਰੀ ਯੁੱਧ ਮਚਾਉਣਾ ਕਰੋ। ਏਮ ਚਾਹਤ ਦੇਵਤਨ ਕੋ ਕਨ ਸਾਰਾ। ਤੋ ਇਸ ਤਰ੍ਹਾਂ ਜਿਹੜੇ ਵਾ ਨਾ ਸਾਰੇ ਦੇਵਤੇ ਇਹ ਗੱਲ ਚਾਹੁੰਦੇ ਆ ਮਹਾਰਾਜ। ਆ ਜੋਗਣੀਆਂ ਕਹਿੰਦੀਆਂ ਸਾਨੂੰ ਖੂਨ ਜਿਹੜੇ ਸੂਰਮਿਆਂ ਦਾ ਤੇ ਉਹਨਾਂ ਦੇ ਮਾਸ ਦੀ ਪਿਆਸ ਭੁੱਖ ਹੈ। ਤੇ 52 ਵੀਰ ਕਹਿੰਦੇ ਮਹਾਰਾਜ ਅਸੀਂ ਯੁੱਧ ਵੇਖਿਆ ਨਹੀਂ ਕਦੇ ਸੂਰਮਿਆਂ ਦਾ, ਆਪ ਕਿਰਪਾ ਕਰੋ ਮਹਾਰਾਜ, ਕੋ ਵੱਡਾ ਘਮਸਾਣ ਦਾ ਯੁੱਧ ਮਚਾਓ ਸੂਰਮਿਆਂ ਵਾਲਾ। ਸਾਰੇ ਦੇਵਤਿਆਂ ਦੀ ਇੱਛਾ ਹੈ। ਸ਼੍ਰੀ ਹਰਗੋਬਿੰਦ ਦੇਤ ਆਨੰਦ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਨੰਦ ਦੇਣ ਵਾਲੇ। ਦੇਵਨ ਬ੍ਰਿੰਦਨ ਸੋ ਕਹਿ ਬਾਨੀ। ਮਹਾਰਾਜ ਨੇ ਸਾਰੇ ਦੇਵੀ ਦੇਵਤਿਆਂ ਨੂੰ ਆਨੰਦ ਦਿੰਦਿਆਂ ਹੋਇਆਂ ਇਹ ਬਚਨ ਕੀਤੇ ਆ। ਵੀਰ ਸਭੈ ਤੁਮ ਤਾਰ ਸਰੀਰ ਕੋ। ਮਹਾਰਾਜ 52 ਵੀਰਾਂ ਨੂੰ ਕਹਿੰਦੇ ਜੇ ਯੁੱਧ ਵੇਖਣਾ ਹੈ ਤੇ ਫਿਰ ਤੁਸੀਂ ਵੀ, ਹੁਣ ਸਮਾਂ ਹੈ ਸਾਡੇ, ਅਜੇ ਸਾਡੀ 2-4 ਵਰਿਆਂ ਦੀ ਉਮਰ ਹੈ ਤੇ ਸਾਡੇ ਵੱਡੇ ਹੋ ਕੇ ਅਸੀਂ ਜੰਗ ਮਚਾਵਾਂਗੇ, ਭਾਰੀ ਸੂਰਮਿਆਂ ਦੇ ਭੇੜ ਹੋਣਗੇ ਭਾਰਤ ਵਰਸ਼ ਅੰਦਰ। ਤੇ ਜੇ ਯੁੱਧ ਵੇਖਣ ਦਾ ਚਾਅ ਆ ਤੇ ਹੁਣ ਸਮਾਂ ਹੈ ਵੀ ਛੇਤੀ ਛੇਤੀ ਮਨੁੱਖਾ ਜਾਮੇ ਧਾਰ ਕੇ ਧਰਤੀ ਤੇ ਆ ਜਾਓ। ਧੀਰਜ ਸੋ ਵਿਚਰੋ ਤਾਰ ਆਨੀ। ਤੇ ਧੀਰਜ ਰੱਖ ਕੇ ਤੇ ਮਨੁੱਖਾ ਜਾਮੇ ਜਿਹੜੇ ਵੈ ਪ੍ਰਾਪਤ ਕਰਕੇ 52 ਵੀਰਾਂ ਨੂੰ ਮਹਾਰਾਜ ਕਹਿੰਦੇ ਹੁਣ ਸਮਾਂ ਤੇ ਧਰਤੀ ਤੇ ਧੀਰਜ ਨਾਲ ਤੁਸੀਂ ਜੀਵਨ ਬਤੀਤ ਕਰੋ, ਜਿੰਨਾ ਸਮਾਂ ਅਸੀਂ ਵੱਡੇ ਨਹੀਂ ਹੁੰਦੇ ਆ। ਨਾਰਦ ਕੋ ਦੇਖ ਰਾਉ ਮਹਾਰਣ। ਤੇ ਮਹਾਨ ਜਿਹੜਾ ਜੰਗ ਦਾ ਮੈਦਾਨ ਹੈ ਨਾ, ਨਾਰਦ ਮੁਨ ਕਹਿੰਦਾ ਮੈਨੂੰ ਅਰਸੇ ਹੋ ਗਏ ਵੇਖਣ ਨੂੰ। ਤੇ ਮਹਾਰਾਜ ਨਾਰਦ ਨੂੰ ਕਹਿੰਦੇ ਤੈਨੂੰ ਇਹੋ ਜਿਹਾ ਜੰਗ ਵਿਖਾਵਾਂਗੇ ਜਿਹੜਾ ਤੂੰ ਕਿਤੇ ਪਾਂਡਵਾਂ ਕੌਰਵਾਂ ਦਾ ਨਹੀਂ ਵੇਖਿਆ ਹੋਵੇਗਾ। ਨਾਰ ਮਲੇਚ ਕਰੋ ਕੰਮ ਸਾਨੀ। ਤੇ ਉਮਰ ਛੋਟੀ ਆ, ਜਦੋਂ ਵੱਡੇ ਹੋਵਾਂਗੇ ਤੇ ਜਿਹੜੇ ਜਿੰਨੇ ਮਲੇਸ਼ ਲੋਕ ਹੈ ਪਾਪੀ ਸਭ ਨੂੰ ਮਾਰ ਖਪਾ ਦੇਵਾਂਗੇ ਅਸੀਂ। ਪੀਵਾਹ ਸ਼੍ਰੋਨਤ 64 ਜੋਗਨ। ਤੇ 64 ਜੋਗਨੀਆਂ ਨੂੰ ਇਸ਼ਾਰਾ ਕਰਕੇ ਹਜ਼ੂਰ ਕਹਿੰਦੇ ਆ ਤੁਸੀਂ ਠੀਕ ਹੈ ਯੁੱਗ ਤੋਂ ਭੁੱਖੀਆਂ ਜੇ, ਪਰ ਹੁਣ ਸਮਾਂ ਆਵੇਗਾ, ਕੁਝ ਸਾਲ ਹੋਰ ਇੰਤਜ਼ਾਰ ਕਰੋ। ਇੰਨਾ ਜਿਹੜਾ ਵਾ ਯੁੱਧ ਤੇ ਖੂਨ ਵਗੇਗਾ ਸੂਰਮਿਆਂ ਦਾ ਵੀ, ਰੱਜ ਰੱਜ ਕੇ ਸੂਰਮਿਆਂ ਦੇ ਖੂਨ ਦੀਆਂ ਘੁੱਟਾਂ ਭਰਨੀਆਂ, ਰੱਜ ਰੱਜ ਕੇ ਸੂਰਮਿਆਂ ਦਾ ਮਾਸ ਖਾਣਾ ਤੁਸਾਂ ਨੇ। ਲੇਹੋ ਡਕਾਰ ਮਹਾ ਤ੍ਰਿਪਤਾਨੀ। ਤੇ ਰਜਨਾ ਵੱਡੇ ਵੱਡੇ ਡਕਾਰ ਮਾਰਿਆ ਜੇ ਸੂਰਮਿਆਂ ਦਾ ਖੂਨ ਪੀ ਪੀ ਕੇ ਘਮਸਾਣ ਦੇ ਯੁੱਧ ਦੇ ਅੰਦਰ। ਯੁੱਧ ਕਮੰਡ ਪ੍ਰਚੰਡ ਰਚਾ। ਅਸੀਂ ਬੜਾ ਘਮਸਾਣ ਦਾ ਤੇਜ ਪ੍ਰਤਾਪ ਵਾਲਾ ਪ੍ਰਚੰਡ ਯੁੱਧ ਮਚਾਵਾਂਗੇ। ਸ਼ਿਵ ਲੇਹੋ ਬਿਲੰਦ ਹੀ ਮੁੰਡਨ ਮਾਲਾ। ਤੇ ਸ਼ਿਵ ਜੀ ਨੂੰ ਮਹਾਰਾਜ ਕਹਿੰਦੇ ਹੋ ਸ਼ਿਵ ਜੀ ਤੇਰੀਆਂ ਵੀ ਮਾਲਾ ਜਿਹੜੀ ਉਹ ਗਲ ਵਾਲੀ ਖੋਪੜੀਆਂ ਦੀਆਂ ਪੁਰਾਣੀਆਂ ਹੋਈਆਂ ਪਈਆਂ, ਤੈਨੂੰ ਦੇਵਾਂਗੇ ਖੋਪੜੀਆਂ ਜਿੰਨੀਆਂ ਮਰਜ਼ੀ ਚੁੱਕ ਚੁੱਕ ਕੇ ਜੰਗ ਦੇ ਮੈਦਾਨ ਚੋਂ। ਇਹ ਸ਼ਿਵ ਜੀ ਦੇ ਗਲ ਵਿੱਚ ਮਾਲਾ ਹੁੰਦੀ ਹੈ ਨਾ ਖੋਪੜੀਆਂ ਦੀ। ਤੇ ਮਹਾਰਾਜ ਸ਼ਿਵ ਭਗਵਾਨ ਨੂੰ ਕਹਿੰਦੇ ਤੇਰੀਆਂ ਵੀ ਆ ਖੋਪੜੀਆਂ ਨਹੀਂ ਹੁਣ ਪੁਰਾਣੀਆਂ ਹੋਈਆਂ, ਤੈਨੂੰ ਇੰਨੀਆਂ ਖੋਪੜੀਆਂ ਦੇਵਾਂਗੇ ਜਿੰਨੀਆਂ ਮਰਜ਼ੀ ਚੁੱਕ ਚੁੱਕ ਕੇ ਮਾਲਾ ਬਣਾ ਬਣਾ ਪਾ ਲਵੀਂ। ਕਾਲੀ ਕਪਾਲ ਪਰੂ ਆਪਨੋ। ਤੇ ਕਾਲੀ ਨੂੰ ਮਹਾਰਾਜ ਕਹਿੰਦੇ ਤੂੰ ਵੀ ਆਪਦਾ ਖੱਪਰ ਭਰ ਲਈ ਸੂਰਮਿਆਂ ਦੇ ਖੂਨ ਦੇ ਨਾਲ। ਪਲ ਸ਼੍ਰੋਣਤ ਅੰਗ ਉਮੰਗ ਵਿਸਾਲਾ। ਤੇ ਪਲ ਜਿਹੜਾ ਮਾਸ ਹੈ ਮਾਸ ਦੇ ਨਾਲ ਤੇ ਸ਼ਰੋਣ ਖੂਨ ਦੇ ਨਾਲ ਤੂੰ ਵੀ ਕਾਲੀ ਆਪਦਾ ਖੱਪਰ ਭਰ ਭਰ ਕੇ ਪੀ ਲਵੇਂ। ਸੋ ਸਭ ਦੇਵਨ ਕੇ ਮਨ ਭਾਵਤ। ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਉਹ ਕਰਾਂਗੇ, ਸਭ ਦੇਵਿਆਂ ਦੇ ਮਨ ਭਾਉਂਦਾ ਹੋ ਜਾਵੇ, ਤੁਹਾਡੀ ਸਭ ਦੀ ਇੱਛਾ ਪੂਰੀ ਕਰਾਂਗੇ। ਸੋ ਕਰੇ ਹਾਂ ਬਲ ਧਾਰ ਕਰਾਲਾ। ਵੀ ਕੋਈ ਬਲ ਧਾਰ ਕੇ ਭਿਆਨਕ ਯੁੱਧ ਮਚਾਵਾਂਗੇ, ਅਜੇ ਉਮਰਾ ਛੋਟੀ, ਵੱਡੇ ਹੋਣ ਦੀ ਦੇਰ ਹੈ। ਲਾਲਤ ਮਾਤ ਕੇ ਦਿਓ ਆਨੰਦ। ਤੇ ਇਸ ਤਰ੍ਹਾਂ ਜਿਹੜਾ ਹੈ ਅਜੇ ਸਾਡੀ ਉਮਰ ਥੋੜੀ ਹੈ, ਉਹਨਾਂ ਸਮਾਂ ਅਸੀਂ ਆਪਣੀ ਮਾਤਾ ਗੰਗਾ ਨੂੰ ਆਨੰਦ ਦੇਵਾਂਗੇ, ਇਹਨਾਂ ਦੀ ਇੱਛਾ ਪੂਰੀ ਕਰਾਂਗੇ। ਜਦੋਂ ਵੱਡੇ ਹੋਵਾਂਗੇ ਫਿਰ ਤੁਹਾਡੀ ਸਾਰਿਆਂ ਦੀ ਇੱਛਾ ਪੂਰੀ ਕਰ ਦੇਵਾਂਗੇ। ਸੋ ਬਾਲਿਕ ਆਰ ਬਲਾ ਇਸ ਕੱਲ। ਕਿਉਂਕਿ ਇਸ ਸਮੇਂ ਸਾਡੀ ਉਮਰ ਅਜੇ ਬੱਚਿਆਂ ਵਾਲੀ ਬਾਲਕ ਉਮਰ ਹੈ। ਜੋ ਸੋਰ ਕੇ ਔਰ ਹੋਏ ਮਨੋਰਥ। ਤੇ ਜਿਹੜਾ ਦੇਵਤਿਆਂ ਦੇ ਹਿਰਦੇ ਵਿੱਚ ਮਨੋਰਥ ਸੰਕਲਪ ਹੈ। ਆਏ ਸਰੀਰ ਤਰੁ ਧਾਰ ਮੈਂ। ਤੋ ਆਓ ਮਹਾਰਾਜ ਕਹਿੰਦੇ ਜਿਹੜੇ ਦੇਵਤੇ ਦੇ ਮਨ ਵਿੱਚ ਸੰਕਲਪ ਹੈ ਨਾ ਵੀਰ ਦੇ ਜਾਂ ਜਤੀਆਂ ਦੇ ਵੀ ਅਸੀਂ ਯੁੱਧ ਵੇਖਣਾ ਹੈ, ਤੋ ਮਹਾਰਾਜ ਕਹਿੰਦੇ ਦੂਰੋਂ ਨਹੀਂ ਵਿਖਾਵਾਂਗੇ, ਆਓ ਮੈਦਾਨ ਦੇ ਵਿੱਚ ਹੀ ਪਤਾ ਲੱਗੇਗਾ। ਅਜੇ ਸਮਾਂ ਸਾਡੀ 2-4 ਵਰਿਆਂ ਦੀ ਉਮਰ ਹੈ,
ਜਿੰਨੇ ਸਮੇਂ ਨੂੰ ਅਸੀਂ ਵੱਡੇ ਹੋਵਾਂਗੇ, ਹੁਣ ਜਨਮ ਧਾਰ ਕੇ ਤੇ ਤੁਸੀਂ ਵੀ ਜਵਾਨ ਹੋ ਜਾਣਾ। ਜਿੰਨੇ ਜਿੰਨੇ ਯੁੱਧ ਵੇਖਣਾ ਭਾਈਓ, ਹੁਣ ਮਨੁੱਖਾ ਦੇਹੀ ਧਾਰ ਕੇ ਆ ਜਾਵੇ। ਮੋ ਸੰਗ ਸੈਨ ਬਨੋ ਰਣ ਮੈਂ। ਤੇ ਮੇਰੀ ਸੈਨਾ ਬਣੇ, ਮੇਰੇ ਸੂਰਬੀਰ ਬਣਨ ਤੇ ਜੰਗ ਦੇ ਮੈਦਾਨ ਵਿੱਚ ਸਾਥ ਦੇਣਾ। ਬਲਵੰਤ ਮਲੇਛਨ ਸੰਘਰ ਮੈਂ। ਤੇ ਬਲ ਵਾਲੇ ਜਿਹੜੇ ਮਲੇਛ ਹੈ, ਇਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਆਯੁਧ ਕੇਰ ਪ੍ਰਹਾਰ ਕਰੋ। ਹੱਥ ਵਿੱਚ ਸ਼ਾਸਤਰ ਫੜ ਫੜ ਕੇ ਤੇ ਮਾਰ ਖਪਾ ਦਿਓ। ਉਤਸਾਹਤ ਹੋਵੇ ਕਰ ਕੈ ਬਾਰ ਮੈਂ। ਕਰ ਕੈਬਰ ਪਾਠ ਇਕੱਠਾ ਹੈ। ਤੋ ਉਤਸ਼ਾਹ ਭਾਵ ਖੁਸ਼ੀ ਦੇ ਨਾਲ ਉਤਸ਼ਾਹ ਕਰਕੇ ਕੈਬਰ ਮੈਂ, ਕੈਬਰ ਨਾਮ ਯੁੱਧ ਦਾ, ਯੁੱਧ ਦੇ ਵਿੱਚ ਫੇਰ ਪਿਆਨ ਕਰੈ ਸੁਰ ਲੋਕ। ਲੜਨ ਤੋਂ ਬਾਅਦ ਫਿਰ ਤੁਸੀਂ ਆਪਦੀ ਸੁਰਪੁਰੀ ਨੂੰ ਪਿਆਨਾ ਕਰ ਜਾਣਾ ਵੀ ਅਸੀਂ 4 ਯੁੱਧ ਕਰਾਂਗੇ ਘਮਸਾਣ ਦੇ, ਉਹਨਾਂ ਦੇ ਵਿੱਚ ਹਿੱਸਾ ਲੈਣਾ ਤੇ ਫਿਰ ਹੁਣ ਜਾਮੇ ਧਾਰ ਲਓ। ਸੁਧਾਰ ਕੈ ਕਾਜ ਬਸੈ ਘਰ ਮੈਂ। ਤੇ ਕਾਜ ਆਪਦਾ ਸੁਧਾਰ ਕੇ ਤੇ ਫਿਰ ਆਪੋ ਆਪਣੀਆਂ ਪੁਰੀਆਂ ਨੂੰ, ਦੇਵਲੋਕ ਨੂੰ ਚਲੇ ਜਾਣਾ। ਜੰਗ ਵੇਖਣਾ ਤੇ ਆ ਜਾਓ, ਹੁਣ ਸਮਾਂ ਹੈ। ਧੰਨ ਗੁਰੂ ਸਭ ਦੇਵ ਮਨੋਰਥ। ਤੇ ਸੁਣ ਕੇ ਦੇਵਤੇ ਧੰਨ ਧੰਨ ਕਰ ਉੱਠੇ। ਆਖਿਆ, ਹੇ ਸੱਚੇ ਪਾਤਸ਼ਾਹ, ਆਪ ਸਾਰਿਆਂ ਦੇ ਮਨ ਦੇ ਸੰਕਲਪ ਫੁਰਨਿਆਂ ਨੂੰ ਪੂਰਨ ਕੋ ਕਰਤਾ ਹਰ ਖਾਵਤ। ਮਹਾਰਾਜ ਤੁਸੀਂ ਸਾਰਿਆਂ ਨੂੰ ਖੁਸ਼ੀਆਂ ਦੇਣ ਵਾਲੇ ਹੋ, ਸਭ ਦੇ ਸੰਕਲਪ ਫੁਰਨੇ ਪੂਰੇ ਕਰਨ ਵਾਲੇ ਹੋ। ਸ਼ਾਂਤ ਕੀ ਪੰਚ ਸਰੀਰ ਧਰੇ। ਤੁਸੀਂ ਸਾਥ ਕੀ ਪੰਜ ਸਰੀਰ ਧਰੇ ਆ, 5 ਸਰੀਰ ਸ਼ਾਂਤੀ ਸਹਿਤ ਤੁਸੀਂ ਧਾਰਨ ਕੀਤੇ। ਭਾਵ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੱਕ ਸ਼ਾਂਤੀ ਰੱਖੀ ਹੈ। ਸਤ ਨਾਮ ਸਨੇਹ ਮੈਂ ਸੇਵਕ ਲਾਵਤ। ਤੇ ਆਪਣੇ ਸਿੱਖਾਂ ਸੇਵਕਾਂ ਨੂੰ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਵਿੱਚ ਤੁਸੀਂ ਲਾਇਆ ਹੈ। ਮਾਨਵ ਕੀਨ ਨਿਹਾਲ ਕਰੋਰਨ। ਤੇ ਕਰੋੜਾਂ ਜੀਵਾਂ ਨੂੰ ਤੁਸੀਂ ਨਿਹਾਲ ਕਰ ਦਿੱਤਾ ਹੈ। ਸ਼੍ਰੀ ਪ੍ਰਭ ਕੇ ਓਮ ਗੈ ਗਨ ਗਾਵਤ। ਤੇ ਪਰਮੇਸ਼ਰ ਦੇ ਗੁਣ ਗਾਉਂਦਿਆਂ ਬੜੇ ਜੀਵ ਤਰ ਗਏ ਹਨ। ਪੰਚ ਸਰੂਪ ਅਨੂਪ ਤਰੇ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪਰਮੇਸ਼ਰ ਜੀ ਤੁਸੀਂ 5 ਸਰੂਪ ਬੜੇ ਅਨੂਪਮ ਧਰੇ ਆ, ਸੁੰਦਰ ਸਰੂਪ ਸ਼ਾਂਤੀ ਸਹਿਤ। ਅਬ ਪੰਥ ਪ੍ਰਕਾਸ਼ ਕਰੋ ਰੇ ਪਕਾਵਤ। ਪਰ ਹੁਣ ਬੇਨਤੀ ਮਹਾਰਾਜ, ਹੁਣ ਤੁਸੀਂ ਕੋਈ ਪੰਥ ਪ੍ਰਕਾਸ਼ ਕਰੋ, ਯੋਧਿਆਂ ਦਾ ਪੰਥ ਪ੍ਰਕਾਸ਼ ਕਰੋ ਤੇ ਇਸ ਤਰ੍ਹਾਂ ਜ਼ੁਲਮ ਦਾ ਨਾਸ਼ ਕਰੋ, ਵੈਰੀ ਦਾ ਨਾਸ਼ ਕਰੋ ਜੀ। ਘੋਰ ਮਹਾਕਾਲ ਕਾਲ ਬਿਖੈ। ਕਿਉਂਕਿ ਕਲਯੁਗ ਦੇ ਭੈੜੇ ਸਮੇਂ ਦੇ ਵਿੱਚ ਜੁਗ ਆਦ ਕੀ ਰੂਰ ਮ੍ਰਿਜਾਦ ਚਲਾਈ। ਆਪ ਨੇ ਮਰਿਆਦਾ ਚਲਾਈ ਹੋਈ ਹੈ। ਭਾਵ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਤੁਸੀਂ ਸਤਯੁਗ ਦੀ ਸੁੰਦਰ ਮਰਿਆਦਾ ਚਲਾ ਦਿੱਤੀ। ਜਿਵੇਂ ਸਤਯੁਗ ਵਿੱਚ ਨਾਮ ਜਪਿਆ ਜਾਂਦਾ ਸੀ ਨਾ, ਸਭ ਪਾਸੇ ਸਤਯੁਗ ਸਤਯੁਗ ਵਿੱਚ ਸਤ ਵਰਤਦਾ ਸੀ। ਮਹਾਰਾਜ ਤੁਸੀਂ 5 ਸਰੂਪ ਧਾਰ ਕੇ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ, ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਜੀ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਇਹ 5 ਸਰੂਪ ਤੁਸਾਂ ਧਾਰ ਕੇ ਤੇ ਕਲਯੁਗ ਦੇ ਵਿੱਚ ਸਤਯੁਗ ਵਰਤਾ ਦਿੱਤਾ ਹੈ। ਕਿਉ ਨਾ ਚੱਲੈ ਸਭ ਕੇ ਕਰਤਾ ਤੁਮ। ਕਿਉਂ ਸੱਚੇ ਪਾਤਸ਼ਾਹ, ਹੁਣ ਅੱਗੇ ਵੀ ਕਿਉਂ ਨਾ ਇਹ ਮਰਿਆਦਾ ਚੱਲੇਗੀ, ਤੁਸੀਂ ਸਾਰੇ ਸੰਸਾਰ ਦੇ ਕਰਨ ਵਾਲੇ ਹੋ। ਆਪ ਭਏ ਜਬ ਆਨ ਸਹਾਈ। ਸੱਚੇ ਪਾਤਸ਼ਾਹ ਜਿਹਦੇ ਤੁਸੀਂ ਆਪ ਹੀ ਆ ਕੇ ਸਹਾਈ ਹੋ ਜਾਂਦੇ ਹੋ, ਉਹ ਕਾਰਜ ਕਿਵੇਂ ਨਾ ਸਫਲਾ ਹੋਵੇਗਾ। ਇਹ ਕਲਯੁਗ ਵਿੱਚ ਸਦਾ ਤੁਹਾਡੇ ਘਰ ਵਿੱਚ ਸਤ ਹੀ ਵਰਤਦਾ ਰਹੇਗਾ। ਦੇਵਨ ਜਾਂ ਸਿਫਤੀ ਕਰ ਦੀਰਘ। ਇਸ ਤਰ੍ਹਾਂ ਦੇਵੀ ਦੇਵਤਿਆਂ ਖਾਲਸਾ ਜੀ ਮਹਾਰਾਜ ਦੀ ਬਹੁਤ ਸਿਫਤ ਸਲਾਘਾ ਕੀਤੀ ਹੈ। ਦੇਖ ਸਰੂਪ ਸਭੈ ਬਲ ਜਾਈ। ਤੇ ਮਹਾਰਾਜ ਦਾ ਸੁੰਦਰ ਸਰੂਪ ਵੇਖ ਵੇਖ ਸਭ ਦੇਵੀ ਦੇਵਤੇ ਸਦਕੇ ਜਾਂਦੇ ਹਨ। ਦੁਖ ਨਿਕੰਦਨ ਕੋ ਕਰ ਬੰਦਨ। ਤੇ ਦੁੱਖਾਂ ਦੇ ਕੱਟਣ ਹਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਮਸਕਾਰਾਂ ਕਰਕੇ ਆਨੰਦ ਕੰਦ ਬਿਲੰਦ ਕਰਾਈ। ਤੇ ਆਨੰਦ ਦੇ ਜਿਹੜੇ ਵੈ ਮੁੱਢ ਹੈ, ਉਹ ਸੱਚੇ ਪਾਤਸ਼ਾਹ ਜੀਆਂ ਤੋਂ ਆਨੰਦ ਦੀ ਪ੍ਰਾਪਤੀ ਕੀਤੀ ਹੈ। ਜਾਨ ਲੱਗੇ ਜਬ ਗੰਗ ਬਿਲੋਚਨ। ਤੋ ਜਦੋਂ ਇਹ ਖਾਲਸਾ ਜੀ ਦੇਵੀ ਦੇਵਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਪੂਜਾ ਪ੍ਰਤਿਸ਼ਠਾ ਤੇ ਬੇਨਤੀਆਂ ਕਰਕੇ ਆਨੰਦ ਲੈ ਕੇ ਹਜ਼ੂਰ ਤੋਂ ਵਿਹੜੇ ਵਿੱਚ ਖੜਿਆਂ ਹੋਇਆਂ ਤੋਂ ਜਦੋਂ ਵਾਪਸ ਮੁੜੇ ਤੇ ਉਹ ਉਧਰੋਂ ਧੰਨ ਮਾਤਾ ਗੰਗਾ ਜੀ ਨੀਂਦ ਕੋ ਤਿਆਗਤ ਹੀ ਬੇਕਸਾਏ। ਤੇ ਮਾਤਾ ਗੰਗਾ ਜੀ ਨੀਂਦ ਛੱਡ ਦਿੱਤੀ ਤੇ ਅੱਖ ਖੁੱਲੀ ਹੈ ਤੇ ਆਪਣੇ ਨੇਤਰ ਅਗੇੜੇ ਹਨ।
ਗੌਨਤ ਕੀ ਅਵਲੋਕਤ ਪੀਠ। ਤੇ ਮਾਤਾ ਗੰਗਾ ਜੀਆਂ ਵੇਖਿਆ ਵੀ ਸਾਡੇ ਬਾਲਕ ਹਰਗੋਬਿੰਦ ਸਾਹਿਬ ਸਾਡੇ ਆਸਣ ਤੇ ਨਾਲ ਪਏ ਸੀ, ਹੁਣ ਹੈ ਨਹੀਂ। ਇੱਕੋ ਵਾਰੀ ਡਰ ਗਏ ਵੀ ਖੌਰੇ ਕੀ ਬਣਿਆ, ਤੇ ਪੈਰੀਂ ਜੋੜਾ ਨਹੀਂ ਪਾਇਆ ਤੇ ਦਵਾ ਦਵ ਦੌੜਦੇ ਹੋਏ ਵਿਹੜੇ ਵਿੱਚ ਆਏ ਨਾ ਜਦੋਂ, ਤੇ ਉਹਨੇ ਨੂੰ ਦੇਵੀ ਦੇਵਤੇ ਜਿਹੜੇ ਸੀ ਉਹ ਮੁੜ ਰਹੇ ਸੀ ਪਿੱਛਾਂ ਨੂੰ, ਦਰਵਾਜ਼ੇ ਡਿਉੜੀ ਤੇ ਪਹੁੰਚ ਗਏ ਸੀ। ਤੇ ਮਾਤਾ ਗੰਗਾ ਜੀਆਂ ਨੇ ਹੁਣ ਬਹੁਤ ਇਕੱਠ ਵੇਖ ਕੇ, ਮੂੰਹ ਤਾਂ ਕਿਸੇ ਦਾ ਦਿਸਿਆ ਨਾ, ਪਰ ਜਾਂਦਿਆਂ ਦੀਆਂ ਪਿੱਠਾਂ ਜਦੋਂ ਕੰਡ ਵੇਖੀ ਹੈ ਸਾਰਿਆਂ ਦੀ, ਅਚੰਭ ਭਈ ਔਰ ਤਰਾਸ ਕੋ ਪਾਏ। ਤੇ ਉਹਨਾਂ ਨੂੰ ਪਿੱਛਾ ਜਾਂਦਿਆਂ ਨੂੰ ਵੇਖ ਕੇ, ਉਹਨਾਂ ਦੀਆਂ ਕੰਡਾਂ ਵੇਖ ਕੇ, ਪਿੱਠ ਵੇਖ ਕੇ ਮਾਤਾ ਜੀ ਬਹੁਤ ਜਿਹੜੇ ਵੈ ਸੰਸੇ ਵਿੱਚ ਪੈ ਗਏ। ਤੇ ਇਹਨਾਂ ਮਨ ਵਿੱਚ ਬੜਾ ਐਨ ਭੈ ਕੀਤਾ ਹੈ। ਬ੍ਰਿੰਦ ਇਹ ਚੋਰ ਗਏ ਭਜ ਕੈ। ਹੁਣ ਮਾਤਾ ਗੰਗਾ ਜੀ ਨੂੰ ਇਹ ਭੁਲੇਖਾ ਪਿਆ ਵੀ ਮੇਰੇ ਪੁੱਤਰ ਨੂੰ ਚੋਰ ਚੁੱਕਣ ਆਏ ਸੀ, ਕਿਉਂਕਿ ਗਹਿਣੇ ਕਾਫੀ ਪਾ ਕੇ ਰੱਖਦੇ ਆ, ਇਹਨਾਂ ਨੂੰ ਚੋਰ ਚੁੱਕਣ ਆਏ ਸੀ ਤੇ ਮੈਨੂੰ ਜਾਗਦੀ ਵੇਖ ਕੇ ਉਹ ਦੌੜ ਗਏ ਹਨ। ਮਮ ਨੰਦਨ ਕੋ ਇਹ ਲੇਵਣ ਆਏ। ਵੀ ਇਹ ਤਾਂ ਮੇਰੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਚੁੱਕਣ ਵਾਸਤੇ ਆਏ ਹੋਣੇ ਆ। ਚਾਰ ਵੀ ਭੂਖਣ ਹੀਰਨ ਕੇ ਜੁੱਤ। ਕਿਉਂਕਿ ਮੇਰਾ ਪੁੱਤਰ ਗਹਿਣੇ ਪਹਿਨ ਕੇ ਰੱਖਦਾ ਹੈ, ਇਹਨਾਂ ਦੇ ਗਹਿਣੇ ਹੁੰਦੇ ਆ, ਸੁੰਦਰ ਸੋਨਾ ਪਾਇਆ ਹੁੰਦਾ, ਹੀਰੇ ਜਵਾਹਰਾਤ ਜੜੇ ਹੁੰਦੇ ਹਨ। ਲੈ ਆਬ ਜਾਤ ਜੇ ਕੌਣ ਛੁਟਾਏ। ਤੇ ਜੇ ਮੈਂ ਨਾ ਜਾਗਦੀ, ਜੇ ਇਹ ਮੇਰੇ ਹਰਗੋਬਿੰਦ ਸਾਹਿਬ ਨੂੰ ਲੈ ਜਾਂਦੇ ਤੇ ਭਲਾ ਕੌਣ ਛੁਡਾ ਕੇ ਲਿਆਉਂਦਾ, ਕਿੰਨੇ ਜਣੇ ਆਏ ਹੋਏ, ਵਿਹੜਾ ਭਰਿਆ ਹੈ ਸੀ। ਸੇਵਕ ਨੀ ਸੁਪਤੀ ਜੇ ਸਮੀਪ। ਤੇ ਲਾਗਿਓ ਸੁੱਤੀਆਂ ਹੋਈਆਂ ਸੀ ਜਿਹੜੀਆਂ ਦਾਸੀਆਂ ਸੀ ਮਾਤਾ ਜੀ ਦੇ ਘਰ ਵਿੱਚ, ਉਹਨਾਂ ਸੁੱਤੀਆਂ ਨੂੰ ਵੇਖ ਕੇ ਪੁਕਾਰ ਕੈ ਉੱਚੇ ਸਮੂਹ ਜਗਾਈ। ਤੇ ਉੱਚੀ ਦਬਕੇ ਮਾਰ ਮਾਰ ਕੇ ਮਾਤਾ ਜੀਆਂ ਉਠਾਲਿਆ ਹੈ। ਕਿਉ ਨਾ ਬਿਲੋਕਤ ਹੋ ਉੱਠ ਕੇ। ਮਹਾਰਾਜ ਕਹਿੰਦੇ ਤੁਸੀਂ ਸਭ ਲੰਮੀਆਂ ਤਾਣ ਸੁੱਤੀਆਂ ਹੋਈਆਂ, ਕਿਉਂ ਨਹੀਂ ਤੁਹਾਨੂੰ ਦਿਸਿਆ ਇੱਥੇ ਕੁਝ ਆਇਆ ਹੋਇਆ। ਗਨ ਚੋਰਨ ਆਨ ਕੈ ਦੀਨ ਦਿਖਾਈ। ਆ ਵੇਖੋ ਮੈਂ ਹੁਣ ਬਾਹਰ ਉੱਠ ਕੇ ਵੇਖਿਆ ਹੈ, ਤੇ ਕਿੰਨੇ ਚੋਰ ਘਰ ਦੇ ਵਿੱਚੋਂ ਮੈਂ ਦੌੜਦੇ ਵੇਖੇ ਹਨ। ਸ਼੍ਰੀ ਹਰਗੋਬਿੰਦ ਮੋਹਿ ਤੇ ਦੂਰ ਹੁਤੇ। ਤੇ ਧੰਨ ਹਰਗੋਬਿੰਦ ਸਾਹਿਬ ਮੇਰੇ ਬਾਲਕ ਮੇਰੇ ਆਸਣ ਤੋਂ ਉੱਠ ਕੇ ਇੱਥੇ ਬਾਹਰ ਵੇਖੇ ਹੁਣੇ ਹੀ। ਅਬ ਮੈਂ ਗਹਿ ਲੀਨ ਉਠਾਈ। ਤੇ ਉਹ ਚੋਰ ਮੈਨੂੰ ਵੇਖ ਕੇ ਦੌੜ ਗਏ, ਚੁੱਕ ਲੈਣ ਲੱਗੇ ਸੀ ਮੇਰੇ ਬਾਲਕ ਨੂੰ, ਮੈਂ ਦੌੜ ਕੇ ਨੂੰ ਆਪਣੇ ਕੁੱਛੜ ਚੁੱਕਿਆ ਹੈ। ਦੇਖਤ ਮੇਰੇ ਸੋ ਅੰਗਣ ਵਿਚਤੇ। ਤੇ ਮੇਰੇ ਵੇਖਦੇ ਹੀ ਇਸ ਵਿਹੜੇ ਦੇ ਵਿੱਚੋਂ ਹੀ ਜਾਗਤੀ ਜਾਣ ਗਏ ਸੋ ਭਲਾਈ। ਤੇ ਮੇਰੇ ਵੇਖਦਿਆਂ ਹੀ ਵੀ ਉਹਨਾਂ ਜਾਣਿਆ ਵੀ ਇਹ ਹਰਗੋਬਿੰਦ ਦੀ ਮਾਤਾ ਜਾਗ ਗਈ, ਤੇ ਮੈਨੂੰ ਵੇਖ ਕੇ ਸਾਰੇ ਦੌੜ ਗਏ ਆ। ਦਾਸੀ ਉੱਠੀ ਤਤਕਾਲ ਫਿਰੀ। ਜਿਹੜੀਆਂ ਦਾਸੀਆਂ ਸੀ ਉੱਠੀਆਂ ਤੇ ਦਵਾ ਦਵ ਚਾਰ ਚਫੇਰੇ ਵੇਖਣ ਲੱਗੀਆਂ, ਚੋਰ ਲੱਭਣ ਲੱਗੀਆਂ ਹਨ। ਚਾਹ ਕੋਦ ਮਹਿਰਤ ਨਾ ਦਰਸਾਏ। ਤੇ ਚਾਰ ਚਫੇਰੇ ਵੇਖਿਆ, ਹੁਣ ਦਿਸਣਾ ਕਿੰਨੇ ਸੀ, ਉਹ ਆਪਣੇ ਲੋਕ ਨੂੰ ਪਹੁੰਚੇ, ਪਰ ਮਾਤਾ ਗੰਗਾ ਜੀ ਨੂੰ ਵੀ ਖਰੇ ਚੋਰ ਮੇਰੇ ਪੁੱਤਰ ਨੂੰ ਚੁੱਕਣ ਆਏ ਗਹਿਣੇ ਵੇਖ ਕੇ। ਪਰ ਇਹ ਨਹੀਂ ਜਾਣਦੇ ਮਾਤਾ ਜੀ ਵੀ ਇਹ ਤਾਂ ਪਰਮੇਸ਼ਰ ਹੈ, ਤੇ ਪਰਮੇਸ਼ਰ ਦਾ ਬਾਲ ਸਰੂਪ ਵੇਖਣ ਵਾਸਤੇ ਦੇਵੀ ਦੇਵਤੇ ਧਰਤੀ ਤੇ ਫੇਰੇ ਮਾਰਦੇ ਤੇਰੇ ਘਰ ਵਿੱਚ। ਸ਼ੇਸ਼ ਨਿਸਾਜਿਤ ਨਿਜੋ ਹੋਤੀ। ਤੋ ਇਸ ਤਰ੍ਹਾਂ ਜਿਹੜੀ ਬਾਕੀ ਰਾਤ ਸੀ ਨਾ ਰਹਿ ਗਈ, ਜਿੰਨੀ ਵੀ ਪਿਛਲੀ ਕੋਈ ਇੱਕ ਪਹਿਰ ਰਾਤ ਬਾਕੀ ਹੈ ਸੀ, ਜੋ ਸਭ ਜਾਗਤ ਮਾਤ ਨੇ ਜਾਮ ਬਿਤਾਏ। ਸਾਰੀ ਰਾਤ ਮਾਤਾ ਨੂੰ ਨੀਂਦ ਨਾ ਆਈ ਤੇ ਜਾਗਦਿਆਂ ਬਤੀਤ ਕੀਤੀ ਹੈ। ਬੋਲਤ ਬਾਤਨ ਕੋ ਬਤਰਾਵਤ। ਤੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਾਤਾਂ ਸੁਣਾਉਣ ਲੱਗੇ ਮਾਤਾ ਜੀ, ਜਾਂ ਦਾਸੀਆਂ ਨਾਲ ਗੱਲਾਂ ਬਾਤਾਂ ਕਰਦਿਆਂ ਸਾਰੀ ਬਤੀਤ ਰਾਤ ਕਰ ਦਿੱਤੀ। ਡਰ ਗਏ ਆ ਵੀ ਕਿਤੇ ਫੇਰ ਨਾ ਕੋਈ ਜਿਹੜੇ ਚੋਰ ਉਚੱਕੇ ਪੈ ਜਾਵਣ। ਤਰਾਸਤ ਨੀਂਦ ਗਈ ਕੇ ਸਥਾਏ। ਤੇ ਬਹੁਤ ਡਰੇ ਹੋਣ ਕਰਕੇ ਮਾਤਾ ਜੀ ਦੇ ਨੇਤਰਾਂ ਵਿੱਚੋਂ ਨੀਂਦ ਕਿਤੇ ਦੌੜ ਗਈ ਹੈ। ਚਿੰਤਤ ਚਿੰਤ ਮਹਾ ਚਿਤ ਮੈਂ। ਤੇ ਮਨ ਦੇ ਵਿੱਚ ਬਹੁਤ ਚਿੰਤਾ ਸਹਿਤ ਹੋ ਰਹੇ ਹਨ। ਸੁਤ ਕੋ ਬਿਘਨਾ ਨਾ ਕਛੂ ਹੋਏ ਜਾਏ। ਤੇ ਮਾਤਾ ਡਰਦੀ ਹੈ ਵੀ ਕਿਤੇ ਮੇਰੇ ਪੁੱਤਰ ਨੂੰ ਨਾ ਕੁਝ ਹੋ ਜਾਵੇ, ਕੋਈ ਵਿਘਨ ਨਾ ਪੈ ਜਾਵੇ। ਭੋ ਪੌਰ ਪਈ ਸਭ ਜਾਗਤ ਹੀ। ਤੋ ਜਦੋਂ ਦਿਨ ਚੜਿਆ ਹੈ ਤੋ ਸਾਰੇ ਉੱਠੇ ਜਾਗੇ ਐ। ਅਨੁਰਾਗਤ ਤਾਤ ਕੋ ਮਾਤ ਦੁਲਾਰੇ। ਤੇ ਆਪਣੇ ਸਾਹਿਬਜ਼ਾਦੇ ਨੂੰ ਬੜਾ ਪ੍ਰੇਮ ਕਰਦੇ ਆ ਧੰਨ ਮਾਤਾ ਗੰਗਾ ਜੀ। ਸ਼੍ਰੀ ਹਰਗੋਬਿੰਦ ਕੇਰ ਪਿਤਾ ਗੁਰ। ਤੇ ਜਦੋਂ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਆਏ ਜਬੈ ਨਿਜ ਧਾਮ ਮਝਾਰੇ। ਆਪਣੇ ਘਰ ਵਿੱਚ ਵਾਪਸ ਆਏ, ਭਾਵ ਜਦੋਂ
ਇਹ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਤਾ ਭਾਵ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜਦੋਂ ਕਿਤੇ ਤੜਕੇ ਘਰ ਵਿੱਚ ਆਏ ਨਾ ਫੇਰਾ ਮਾਰਨ, ਕਿਉਂਕਿ ਹਜ਼ੂਰ ਉੱਥੇ ਹੀ ਬਰਾਜਦੇ ਸੀ, ਜ਼ਿਆਦਾਤਰ ਮੰਜੀ ਸਾਹਿਬ ਦੇ ਪਾਵਨ ਸਥਾਨ 'ਤੇ ਹੀ ਰਹਿੰਦੇ ਸੀ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤੜਕਾ ਦਿਨ ਚੜ੍ਹੇ ਤੋਂ ਕਿਤੇ ਘਰ ਵਿੱਚ ਆਏ ਆ ਭੀਰ ਪਿਆ ਕੋਲ ਪੂਰ ਪਈ। ਤੇ ਬਹੁਤ ਭੀੜ ਵੇਖੀ ਘਰ ਵਿੱਚ, ਤੇ ਮਾਤਾ ਗੰਗਾ ਜੀ ਬੜੇ ਡਰੇ ਹੋਏ ਵੇਖੇ ਹਨ। ਭਗਵੰਤ ਸੁਕੰਤ ਕੇ ਆਈ ਅਗਾਰੇ। ਤੇ ਮਾਤਾ ਗੰਗਾ ਜੀ ਸਤਿਗੁਰਾਂ ਨੂੰ ਆਉਂਦਿਆਂ ਹੋਇਆਂ ਵੇਖ ਕੇ ਦਵਾ ਦਵ ਹਜ਼ੂਰ ਦੇ ਅੱਗੇ ਆਣ ਬੇਨਤੀ ਕੀਤੀ ਆ। ਹਾਥ ਕੋ ਜੋਰ ਨਿਹੋਰਤ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਹੱਥ ਜੋੜ ਕੇ ਤੇ ਧੰਨ ਮਾਤਾ ਗੰਗਾ ਜੀ ਜਿਹੜੇ ਉਹ ਬੇਨਤੀ ਕਰਕੇ ਇਸ ਤਰ੍ਹਾਂ ਬਚਨ ਕਰ ਰਹੇ ਹਨ। ਤੁਮ ਕਿਉ ਨਹੀਂ ਤਾਤ ਕੋ ਤਰਾਸ ਵਿਚਾਰੇ। ਕਹਿੰਦੇ ਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਭਲਾ ਕਿਉਂ ਨਹੀਂ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਦਾ ਡਰ ਵਿਚਾਰਦੇ ਵੀ ਇਹਨਾਂ ਨੂੰ ਵਾਰ-ਵਾਰ ਇਹਨਾਂ ਦੇ ਉੱਪਰ ਕੋਈ ਮੁਸੀਬਤ ਪੈਂਦੀ, ਪਰ ਤੁਹਾਨੂੰ ਕੋਈ ਫਿਕਰ ਨਹੀਂ ਹੈ। ਜਮਨੀ ਮੈਂ ਜਬ ਜਾਗਤੀ ਨਹਿ। ਸੱਚੇ ਪਾਤਸ਼ਾਹ ਜੇ ਕਿਤੇ ਰਾਤ ਨੂੰ ਮੈਂ ਨਾ ਜਾਗਦੀ, ਮੇਰੀ ਅੱਖ ਨਾ ਖੁੱਲਦੀ, ਤਾਂ ਸੰਕਟ ਹੋਤ ਮਹਾ ਭੈਦਾਏ। ਤੇ ਹਰਗੋਬਿੰਦ ਸਾਹਿਬ ਨੂੰ ਚੁੱਕ ਲਿਜਾਣਾ ਸੀ ਚੋਰਾਂ ਨੇ, ਬੜਾ ਭਾਰੀ ਸੰਕਟ ਪੈ ਜਾਣਾ ਸੀ। ਚੋਰ ਹੋਤੇ ਸਮੁਦਾਏ ਸੋ ਅੰਗਣ। ਮੈਂ ਆਪ ਵੇਖਿਆ ਮਹਾਰਾਜ ਹੁਣੇ ਅੱਜ ਰਾਤ ਤੇ ਬੜੇ ਚੋਰ ਆਪਣੇ ਵਿਹੜੇ ਵਿੱਚ ਇਕੱਠੇ ਹੋਏ ਸੀ। ਸ਼੍ਰੀ ਹਰਗੋਬਿੰਦ ਕੋ ਲੈਣ ਕੋ ਆਏ। ਤੇ ਆਪਣੇ ਬਾਲਕ ਸੁਭਾਏ ਮਨ ਮੇਰੇ ਪੁੱਤ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲੈ ਚੱਲੇ ਸਨ। ਬੀਚ ਲੀਏ ਸਭ ਸੋ ਪਰਵਾਰਤ। ਤੇ ਉਹ ਘੇਰਾ ਪਾਈ ਖਲੇ ਸੀ ਮੇਰੇ, ਉਹ ਤਾਂ ਪੂਜਾ ਕਰ ਰਹੇ ਸੀ ਦੇਵੀ ਦੇਵਤੇ। ਤੇ ਮਾਤਾ ਗੰਗਾ ਜੀ ਹੁਣ ਕਹਿੰਦੇ ਮਹਾਰਾਜ ਉਹ ਤਾਂ ਘੇਰਾ ਪਾਈ ਖਲੇ ਸੀ, ਇਹਦੇ ਗਹਿਣੇ ਲਾਉਣ ਨੂੰ ਫਿਰਦੇ ਸੀ, ਤੇ ਜੇ ਗਹਿਣੇ ਨਾ ਲੈਂਦੇ ਤੇ ਉਹਨਾਂ ਚੁੱਕੀ ਲੈ ਜਾਣਾ ਸੀ। 2-4 ਸਾਲ ਦਾ ਤਾਂ ਬਾਲਕ ਹੈ। ਇਸ ਤਰ੍ਹਾਂ ਆਖਦੇ ਆ। ਆਪਸ ਮੈਂ ਬਾਕ ਅਲਾਏ। ਤੇ ਉਹ ਤਾਂ ਉਹ ਬਚਨ ਕਰਦੇ ਸੀ ਹੱਥ ਕਰ ਕਰਕੇ ਦੇਵੀ ਦੇਵਤੇ ਵੀ, ਮਹਾਰਾਜ ਜੋਗਣੀਆਂ ਦੀ ਇੱਛਾ ਵੀ ਪੂਰੀ ਕਰ ਹੀ ਦਿਓ, ਤੁਸੀਂ ਇੱਥੇ ਜੰਗ ਮਚਾਓ। ਕਹਿੰਦੀਆਂ ਅਸੀਂ ਭੁੱਖੀਆਂ ਮਾਸ ਨਹੀਂ ਖਾਧਾ ਸੂਰਮਿਆਂ ਦਾ। ਤੇ 52 ਵੀਰ ਕਹਿੰਦੇ ਮਹਾਰਾਜ ਯੁੱਧ ਵੇਖੇ ਨੂੰ ਬੜਾ ਸਮਾਂ ਹੋ ਗਿਆ। ਤੇ ਉਹ ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਮੈਂ ਅੱਖੀਂ ਵੇਖਿਆ ਘੇਰਾ ਪਾਈ ਖਲੋਤੇ ਸੀ ਸਾਡੇ ਪੁੱਤਰ ਨੂੰ, ਤੇ ਇੱਕ ਦੂਜੇ ਨਾਲ ਕੋਈ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਆਂਖ ਗਈ ਖੁੱਲ ਮੇਰੀ ਤਬੈ। ਤੇ ਬਸ ਸ਼ੁਕਰ ਹੈ ਪਰਮੇਸ਼ਰ ਦਾ, ਮੇਰੀ ਅੱਖ ਖੁੱਲ ਗਈ ਸੀ, ਮੈਂ ਜਾਗ ਪਈ ਸਾਂ। ਤਤਕਾਲ ਹੀ ਤਰਾਸ ਤੇ ਦੇਖ ਪਲਾਏ। ਤੇ ਮੈਂ ਵੇਖਿਆ ਵੀ ਹਰਗੋਬਿੰਦ ਸਾਹਿਬ ਨਹੀਂ ਹੈ, ਤੇ ਇੱਕੋ ਵਾਰੀ ਡਰ ਕੇ ਉੱਠੀ ਦੌੜੀ ਮੈਂ ਉੱਠ ਤੂਰਨ ਨੰਦਨ ਲੀਨਸ। ਤੇ ਆ ਕੇ ਮੈਂ ਦਵਾ ਦਵਾ ਆਪਣੇ ਪੁੱਤਰ ਨੂੰ ਗੋਦੀ ਚੁੱਕ ਲਿਆ ਹੈ ਸੀ। ਦਾਸੀ ਜਗਾਈ ਬਿਲੋਕਤ ਚੋਰਨ। ਤੇ ਮੈਂ ਦਾਸੀਆਂ ਨੂੰ ਜਗਾਇਆ ਵੀ ਉਹ ਵੇਖੋ ਚੋਰ ਆਪਣੇ ਘਰ ਵਿੱਚ ਆਏ ਹੋਏ, ਤੁਸੀਂ ਸੁੱਤੀਆਂ ਹੋਈਆਂ ਹੋ। ਧਾਏ ਗਈ ਸਗਰੀ ਦੇਸ਼ ਮਹਿ। ਤੇ ਸਾਰੀਆਂ ਉਹਨੇ ਨੂੰ ਮਹਾਰਾਜ ਚੋਰ ਦੌੜ ਗਏ ਮੈਨੂੰ ਵੇਖ ਕੇ ਜਾਗਦਿਆਂ। ਤੇ ਸਾਰੀਆਂ ਦਾਸੀਆਂ ਜਿਹੜੀਆਂ ਉਹਨਾਂ ਨੂੰ ਪਿੱਛੇ ਲਾਇਆ ਵੀ ਵੇਖੋ ਕਾ ਭਲਾ ਕਿੱਧਰ ਗਏ ਹੋਣ। ਇਹ ਦਾਸੀਆਂ ਵੀ ਮਗਰ ਦੌੜੀਆਂ ਸਨ। ਤਿਸ ਨੇ ਬਾਹ ਬੋਲ ਦਈ ਸੁਧ ਹੋਰਨ। ਪਰ ਇਹਨਾਂ ਦਾਸੀਆਂ ਨੇ ਸਾਰਿਆਂ ਨੂੰ ਮਹਾਰਾਜ ਇੱਥੇ ਮਹਿਲ ਵਿੱਚ ਜਗਾ ਦੇਣਾ ਕੀਤਾ, ਸਭ ਨੂੰ ਸੁਧ ਖਬਰ ਦੇ ਦਿੱਤੀ। ਰਾਰ ਪਰਿਓ ਸੁਨ ਦਰ ਗਏ ਤਬ। ਤੇ ਸਰੌਲਾ ਪੈਂਦਾ ਸੁਣ ਕੇ ਸਿੱਖ ਵੀ ਦੌੜ ਦੌੜ ਕੇ ਗਲੀਆਂ ਵਿੱਚ ਵੇਖਦੇ ਰਹੇ ਆ, ਘਰ ਪਿੱਛੇ ਵੀ। ਦਾਸ ਫੇਰੇ ਕਰ ਕੇ ਚਾਹੂ ਕੋਰਨ। ਤੇ 4 ਚਫੇਰੇ 4 ਕੋਨਿਆਂ ਵਿੱਚ ਘਰ ਦੇ ਬਾਹਰ ਅੰਦਰ ਦਾਸਾਂ ਨੇ ਵੀ ਵੇਖੇ ਲੱਭੇ ਚੋਰਾਂ ਨੂੰ। ਕਿਉਂ ਨਾ ਚੱਲੋ ਆਪਣੇ ਪੁਰ ਕੋ। ਮਹਾਰਾਜ ਇੱਕੋ ਹੀ ਬੇਨਤੀ ਆ ਵੀ ਤੁਸੀਂ ਇੱਥੇ ਕੀ ਕਰਨਾ ਹੁਣ, ਕਿਉਂ ਨਹੀਂ ਤੁਸੀਂ ਆਪਣੇ ਪੁਰ ਨੂੰ ਜਾਂਦੇ, ਕਿਉਂ ਸਾਡੀ ਬੇਨਤੀ ਮੰਨ ਕੇ ਤੁਸੀਂ ਅੰਮ੍ਰਿਤਸਰ ਨਹੀਂ ਸਾਨੂੰ ਲੈ ਜਾਂਦੇ। ਇਸ ਗ੍ਰਾਮ ਕੋ ਬਾਸ ਕਰੋ ਆਪ ਛੋਰਨ। ਵੀ ਮਹਾਰਾਜ ਮੈਨੂੰ ਹੁਣ ਡਰ ਲੱਗਦਾ ਇੱਥੇ, ਆਪ ਕਿਰਪਾ ਕਰੋ ਤੇ ਇਹ ਬਡਾਲੀ ਨਗਰ ਛੱਡ ਦਈਏ ਇੱਥੋਂ ਦਾ ਵਾਸਾ, ਤੇ ਅੰਮ੍ਰਿਤਸਰ ਸਾਹਿਬ ਚਲੇ ਚੱਲੀਏ। ਹੋਤ ਮਹਾ ਉਤਪਾਤ ਇਹਾਂ। ਇੱਥੇ ਵੇਖਿਆ ਹੀ ਨਾ ਮਹਾਰਾਜ 2-3 ਵਾਰੀ ਉਪਦਰਵ ਹੋ ਚੱਲੇ ਆ, ਕਦੀ ਦਾਈ ਆ ਜਾਂਦੀ ਜ਼ਹਿਰ ਦੇਣ, ਕਦੇ ਸੱਪ ਆ ਜਾਂਦੇ। ਅੱਜ ਮਹਾਰਾਜ ਕਿੰਨੇ ਚੋਰ ਚੁੱਕਣ ਪਏ ਹਰਗੋਬਿੰਦ ਸਾਹਿਬ ਨੂੰ। ਇਸ ਥਾਂ ਤੇ ਮਹਾਰਾਜ ਵਾਰ-ਵਾਰ ਉਪਦਰਵ ਹੁੰਦੇ ਆ। ਸੁਖ ਬਾਸ ਤਾਹਾਂ ਪੁਰ ਰੂਰ ਜਹਾਂ। ਉਹ ਸੋਹਣਾ ਮਹਾਰਾਜ ਪਾਵਨ ਸਥਾਨ ਹੈ ਜਿਹੜਾ ਤੁਹਾਡਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਵਸਾਇਆ ਨਗਰ,
ਆਪਾਂ ਉਸ ਸੁੰਦਰ ਸਥਾਨ ਅੰਮ੍ਰਿਤਸਰ ਸਾਹਿਬ ਵਿੱਚ ਫੇਰ ਵਾਸਾ ਕਰ ਲਈਏ। ਮੋਹਿ ਕੋ ਤਰਾਸ ਵਿਸ਼ਾਲ ਹਿਰਦੇ ਇੱਥੇ ਤਾਂ ਮਹਾਰਾਜ ਮੇਰੇ ਹਿਰਦੇ ਵਿੱਚ ਬਹੁਤ ਡਰ ਪੈ ਚੁੱਕਿਆ ਹੈ ਵਿਪਰੀਤ ਹੀਨੀਤ ਪਈ ਅਸਹਾਂ। ਵੀ ਇੱਥੇ ਰੋਜ਼ ਹੀ ਮਹਾਰਾਜ ਇਹੋ ਜੀਆਂ ਵਿਪਰੀਤ ਉਲਟੀਆਂ ਹੀ ਗੱਲਾਂ ਹੋ ਰਹੀਆਂ ਹਨ। ਸ਼੍ਰੀ ਹਰਗੋਬਿੰਦ ਨੰਦਨ ਮੇਰੋ ਜੋ ਹੋਏ। ਜਿਹੜਾ ਸੱਚੇ ਪਾਤਸ਼ਾਹ ਜਿਉਂ ਹਰਗੋਬਿੰਦ ਸਾਹਿਬ ਮੇਰੇ ਪੁੱਤਰ ਘਰ ਵਿੱਚ ਹੋਏ ਐ, ਹੋਏ ਬਿਲੰਦ ਤਾ ਭੈ ਨਾ ਕਹਾਂ। ਤੇ ਜਦੋਂ ਵੱਡੇ ਹੋ ਜਾਣਗੇ ਚਲੋ ਉਦੋਂ ਭੈ ਮੁੱਕ ਜਾਊਗਾ, ਪਰ ਹਾਲੇ ਬਾਲਕ ਬੱਚੇ ਹਨ, ਮੈਨੂੰ ਭੈ ਪੈਂਦਾ ਹੈ। ਚਿੰਤ ਲਾਹਾਂ ਇਸ ਗ੍ਰਾਮ ਰਹਾ। ਤੇ ਜਿੰਨਾ ਸਮਾਂ ਇਸ ਛੋਟੇ ਜਿਹੇ ਪਿੰਡ ਵਿੱਚ ਰਵਾਂਗੇ ਮਹਾਰਾਜ ਚਿੰਤਾ ਹੀ ਮਨ ਨੂੰ ਲੱਗੀ ਰਹਿਣੀ ਹੈ। ਕਰ ਜੋਰ ਕਹਾਂ ਕਰ ਮੋਰ ਚਾਹਾਂ। ਮਹਾਰਾਜ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਕਿਰਪਾ ਕਰੋ ਤੇ ਆਪਾਂ ਉਥੇ ਵਾਸਾ ਕਰ ਲਈਏ। ਸ਼੍ਰੀ ਗੁਰ ਗੰਗ ਕੇ ਬਾਕ ਸੁਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਨੇ ਧੰਨ ਮਾਤਾ ਗੰਗਾ ਜੀ ਦੇ ਬੇਨਤੀ ਸੁਣ ਕੇ ਮੁਸਕਾਵਤ ਤੀਰ ਕੇ ਬਾਕ ਕਹੈ। ਧੀਰਜ ਦਿੰਦਿਆਂ ਹੋਇਆਂ ਮਹਾਰਾਜ ਨੇ ਹੱਸ ਕੇ ਆਖਿਆ ਹੈ, ਤੇਰੋ ਕਹਿਓ ਹਮ ਮਾਨ ਚੱਲੈ। ਮਹਾਰਾਜ ਕਹਿੰਦੇ ਠੀਕ ਹੈ ਗੰਗਾ, ਅਸੀਂ ਤੇਰਾ ਕਿਹਾ ਹੋਇਆ ਹੁਣ ਬਚਨ ਮੰਨ ਲੈਂਦੇ ਹਾਂ। ਪੁਰ ਵਿੱਚ ਆਵਾਸ ਕੇ ਬਾਸ ਚਾਹੈ। ਜਿਹੜਾ ਆਪਣਾ ਅਸੀਂ ਜਾਣ ਗਏ ਆ ਵੀ ਤੂੰ ਵੱਡੇ ਸ਼ਹਿਰ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਹੈ ਉਥੋਂ ਦਾ ਵਾਸਾ ਚਾਹੁੰਦੀ ਹਿਰਦੇ ਵਿੱਚ। ਤੋ ਸੁਤ ਕੋ ਨਹਿ ਤਰਾਸ ਕੀ ਸੁਥਾਲ। ਬਸ ਇਹ ਜਾਣ ਲਓ ਵੀ ਤੁਹਾਡੇ ਪੁੱਤਰ ਹਰਗੋਬਿੰਦ ਸਾਹਿਬ ਜਿੱਥੇ ਮਰਜੀ ਚਾਹੇ ਰੜੇ ਮੈਦਾਨ ਵਿੱਚ ਬੈਠੇ ਰਹਿਣ, ਇਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ। ਸ਼੍ਰੀ ਪਰਮੇਸ਼ਰ ਰਛਕ ਹੈ। ਕਿਉਂਕਿ ਪਰਮੇਸ਼ਰ ਇਹਨਾਂ ਦੀ ਆਪ ਰੱਖਿਆ ਕਰਨ ਵਾਲੇ ਹੈ। ਭਉ ਭੋਰ ਕੋ ਪਿਆਨ ਕਰੈ ਨਗਰੀ ਨਿਜ। ਚਲੋ ਠੀਕ ਆ, ਹੁਣ ਤੁਸੀਂ ਆਪਦਾ ਵਿਸ਼ਰਾਮ ਕਰੋ ਤੇ ਅੰਮ੍ਰਿਤ ਵੇਲਾ ਜਦੋਂ ਹੋਏਗਾ ਤੇ ਠੀਕ ਆਪਾਂ ਇਹ ਸਾਰਾ ਕੁਝ ਇਹ ਜਿਹੜਾ ਨਗਰ ਛੱਡ ਕੇ ਵਡਾਲੀ ਤੇ ਅੰਮ੍ਰਿਤਸਰ ਸਾਹਿਬ ਚਲੇ ਚੱਲਾਂਗੇ। ਲੇਸ ਗਰੀਬ ਤੁਜੇ ਅਹੈ। ਜਿਹੜੀਆਂ ਇੱਥੇ ਵਸਤੂਆਂ ਨਾ ਆਪਣੇ ਵਰਤਨ ਯੋਗ, ਜਿੰਨੀਆਂ ਕੁ ਉੱਥੋਂ ਲੈ ਕੇ ਆਏ ਸਾਂ ਉਨੀਆਂ ਕੁ ਵਸਤੂਆਂ ਇਕੱਠੀਆਂ ਕਰ ਲਓ। ਦੋਹਰਾ ਇਸ ਪ੍ਰਕਾਰ ਕਹਿ ਸ਼੍ਰੀ ਗੁਰੂ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਧੰਨ ਮਾਤਾ ਗੰਗਾ ਜੀ ਦੀ ਬੇਨਤੀ ਪ੍ਰਵਾਨ ਕੀਤੀ ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਹਾਂ ਕਰ ਦਿੱਤੀ ਹੈ ਉਥੇ ਅੰਮ੍ਰਿਤਸਰ ਸਾਹਿਬ ਜਾਣ ਦੀ ਬਾਬਤ। ਤਿਆਰੀ ਸਕਲ ਕਰਾਏ। ਤੇ ਸਿੱਖਾਂ ਸੰਗਤਾਂ ਨੂੰ ਵੀ ਕਹਿ ਦਿੱਤਾ ਭਾਈ ਜਿਹਨੇ ਅੰਮ੍ਰਿਤਸਰ ਸਾਹਿਬ ਸਾਡੇ ਨਾਲ ਜਾਣ ਉਹ ਆਪਣਾ ਤਿਆਰਾ ਪੂਰਾ ਕਰ ਲਵੇ, ਕਹਿ ਕੇ ਸਭ ਦੀ ਤਿਆਰੀ ਕਰਵਾਈ ਹੈ। ਸਦਨ ਸਮਾਜ ਸੰਭਾਰਿਓ। ਉਹ ਘਰ ਵਿੱਚ ਜਿੰਨਾ ਸਮਾਨ ਸੀ ਵਰਤਣ ਯੋਗ ਜਾਂ ਜਿਹੜਾ ਲੈ ਕੇ ਆਏ ਸੀ ਉਹ ਸਾਰਾ ਸੰਭਾਲ ਕੇ ਇਕੱਠਾ ਕਰ ਲਿਆ ਹੈ। ਦਾਸ ਲੱਗੇ ਸਮੁਦਾਏ। ਮਹਾਰਾਜ ਦਾ ਹੁਕਮ ਸੁਣ ਕੇ ਅੰਮ੍ਰਿਤਸਰ ਸਾਹਿਬ ਜਾਣ ਦਾ ਤੇ ਸਾਰੇ ਦਾਸ ਸਿੱਖ ਸੇਵਕ ਜਿਹੜੇ ਵਾ ਇਕੱਠੇ ਹੋਏ, ਉਹਨਾਂ ਦਵਾ ਦਾ ਆਪਣੀ ਤਿਆਰੀ ਕਰ ਦਿੱਤੀ ਵੀ ਕੱਲ੍ਹ ਨੂੰ ਅੰਮ੍ਰਿਤ ਵੇਲੇ ਅੰਮ੍ਰਿਤਸਰ ਸਾਹਿਬ ਮਹਾਰਾਜ ਦੇ ਨਾਲ ਅਸੀਂ ਜਾ ਰਹੇ ਹਾਂ। ਇੱਥੋਂ ਖਾਲਸਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਰਿਵਾਰ ਨੂੰ ਲੈ ਕਰਕੇ ਤੇ ਫਿਰ ਅੰਮ੍ਰਿਤਸਰ ਸਾਹਿਬ ਦੇ ਪਾਵਨ ਪਵਿੱਤਰ ਨਗਰ ਵਿੱਚ ਆਏ। ਤੋ ਇੱਥੇ ਅੰਮ੍ਰਿਤਸਰ ਸਾਹਿਬ ਦੇ ਮਹਾਰਾਜ ਦੇ ਪਰਿਵਾਰ ਸਮੇਤ ਆਉਣ ਦੀ ਕਥਾ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਵਰਤੇਗੀ ਆਪਾਂ ਰਲ ਮਿਲ ਕਰਕੇ ਪ੍ਰਸੰਗ ਸੁਣ ਪੜ੍ਹ ਲਵਾਂਗੇ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ, ਗਰੀਬ ਨਵਾਜ ਆਪਦੇ ਦਰ ਹਾਜ਼ਰੇ ਪ੍ਰਵਾਨ ਕਰਨੇ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਸ ਪ੍ਰਕਾਰ ਕਹਿ ਸ਼੍ਰੀ ਗੁਰੂ ਤਿਆਰੀ ਸਕਲ ਕਰਾਏ। ਸਦਨ ਸਮਾਜ ਸੰਭਾਰਿਓ ਦਾਸ ਲੱਗੇ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ